ਭੁੱਲਰ ਸਾਹਿਬ ਕੀ ਗੱਲ ਹੋਈ ਸੀ ਉਸ ਦਿਨ? ਬਹੁਤ ਲੋਕ ਤਾਂ ਇੱਥੋਂ ਤੱਕ ਕਹਿਣ ਲੱਗੇ ਦੇਖੋ ਜੀ ਰਲੇ ਹੋਇਆ, ਇਸ ਬੰਦੇ ਤੋਂ ਬਚਣਾ ਚਾਹੀਦਾ, ਇਹ ਭਾਜਪਾ ਦਾ ਬੰਦਾ। ਤੇ ਕੀ ਹੋਇਆ ਸੀ? ਉਹ ਸੈਲਫੀ ਕਿਉਂ ਲਈ ਗਈ ਸੀਗੀ? ਮੈਂ ਦਿਖਾਉਣਾ ਚਾਹੁੰਦਾ ਸੀਗਾ, ਮੇਰੀ ਜਿਹੜੀ ਮਨਸ਼ਾ ਸੀਗੀ ਕਿ ਅਸੀਂ ਪਹਿਲਾਂ ਫੋਟੋ ਲੰਗਰ ਉਹਨਾਂ ਨੂੰ ਪਾ ਕੇ ਦਿੱਤਾ ਥਾਲ ਦੇ ਵਿੱਚ, ਫਿਰ ਅਸੀਂ ਇਹ ਦੇਖਣ ਲੱਗੇ ਕਿ ਵੀ ਇਹਨਾਂ ਨੇ ਛਕਿਆ ਕਿ ਨਹੀਂ ਛਕਿਆ, ਤੇ ਲੰਗਰ ਨੂੰ ਮਾਨ ਸਤਿਕਾਰ ਉਹ ਬਰਾਬਰ ਬੰਦਾ ਮਿਲਿਆ ਕਿ ਨਹੀਂ ਮਿਲਿਆ। ਲੇਕਿਨ ਉਹ ਜਦੋਂ ਗਏ ਛਕਣ ਵਾਸਤੇ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਫੋਟੋ ਕਰਦੇ ਇਹਨਾਂ ਦੇ ਨਾਲ ਲੰਗਰ ਛਕਦੇ ਹੋਏ ਦੀ। ਉਹ ਕਹਿੰਦੇ ਭਾਜੀ ਨਹੀਂ, ਤੁਸੀਂ ਆਪ ਫੋਟੋ ਲੈ ਲਓ। ਤੇ ਮੈਂ ਸੋਚਿਆ ਵੀ ਥਾਲ ਚਲੋ ਇਹਨਾਂ ਦੇ ਉੱਪਰ ਹੱਥ ਦੇ ਵਿੱਚ ਆ, ਤੇ ਮੈਂ ਆਪਣਾ ਕੈਮਰਾ ਕੱਢ ਕੇ ਮੈਂ ਸੈਲਫੀ ਲੈ ਲਈ। ਉਹ ਸਾਡੇ ਬਹੁਤ ਇਹਨਾਂ ਦੇ ਨਾਲ ਮਤਭੇਦ ਆ, ਠੀਕ ਆ, ਚੁਣੇ ਹੋਏ ਜਨਤਾ ਦੇ ਨੁਮਾਇੰਦੇ ਆ, ਅੱਜ ਤੱਕ ਇਹ ਸਾਨੂੰ ਰੋਡਾਂ 'ਤੇ ਰੱਖ ਕੇ ਬੈਠੇ ਆ, ਅਸੀਂ ਇਹਨਾਂ ਦੀ ਇੱਜ਼ਤ ਕਰਦੇ ਹਾਂ। ਪਰ ਇੱਜ਼ਤ ਕਰਨ ਦਾ ਇਹ ਮਤਲਬ ਨਹੀਂ ਕਿ ਅਸੀਂ ਇਹਨਾਂ ਦੇ ਕੋਈ ਫੈਨ ਆ ਜਾਂ ਇਹਨਾਂ ਨੂੰ ਕੋਈ ਬੜਾਵਾ ਦੇ ਰਹੇ ਹਾਂ, ਐਸਾ ਕੁਛ ਨਹੀਂ ਸੀਗਾ। ਕੱਲ੍ਹ ਨੂੰ ਕਿਤੇ ਕੋਈ ਲਿੰਕ ਵਾਇਰਲ ਕਰ ਦੇਣ ਬਈ, ਜਾਂ ਲਿੰਕ ਦਿਖਾ ਦੇਣ, ਪ੍ਰੂਫ ਕਰ ਦੇਣ ਵੀ ਤੁਸੀਂ RSS ਜਾਂ ਭਾਜਪਾ ਦੇ ਬੰਦੇ ਹੋ ਜੀ, ਫਿਰ ਭਾਜੀ ਫਿਰ ਜਦੋਂ ਇਹ ਜੇ ਕੋਈ ਪ੍ਰੂਫ ਕਰ ਦੇਵੇਗਾ ਨਾ ਜੀ, ਤੇ ਮੇਰੇ ਹਿਸਾਬ ਨਾਲ ਸੇਵਾ ਜਿਹੜੀ ਵੀ ਸੰਗਤ ਲਾਏਗੀ, ਇੱਥੋਂ ਤੱਕ ਕਿ ਜੇ ਆਪਾਂ ਨੂੰ ਮਰਨ ਲਈ ਵੀ ਕਹਿਣਗੇ ਤੇ ਆਪਾਂ ਪਿੱਛੇ ਨਹੀਂ ਹਟਾਂਗੇ। ਹੁਣ ਜੇ ਬਿੱਲ ਰੱਦ ਕਰਾਉਣ ਆਏ ਆਪਾਂ, ਤੇ ਬਿੱਲ ਤਾਂ ਇਹਨਾਂ ਤੋਂ ਰੱਦ ਕਰਾਉਣੇ, ਬਹਿਣਾ ਤਾਂ ਇਹਨਾਂ ਨਾਲ ਹੀ ਪੈਣਾ ਨਾ। ਤੇ ਹੁਣ ਜੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ, ਹੁਣ ਅੰਦਰ ਕਿਸਾਨ ਵੀ ਨਾਲ ਬਹਿੰਦੇ, ਫੋਟੋਆਂ ਵੀ ਬਾਹਰ ਨਿਕਲ ਕੇ ਆਉਂਦੀਆਂ, ਇਹਦਾ ਮਤਲਬ ਇਹ ਥੋੜ੍ਹੀ ਕਿ ਕਿਸਾਨ ਸਾਰੇ ਗਦਾਰ ਹੋ ਗਏ ਤੇ ਨਾਲ ਰਲ ਗਏ। ਤੁਸੀਂ ਲਗਾਤਾਰ ਅਸੀਂ ਦੇਖਿਆ ਮੀਟਿੰਗਾਂ ਦੇ ਵਿੱਚ ਆਉਂਦੇ ਰਹੇ ਸੀਗੇ, ਪਰ ਅੱਜ ਸਾਨੂੰ ਫੋਨ ਕਰਕੇ ਮੈਨੂੰ ਬੁਲਾਉਣਾ ਪੈ ਰਿਹਾ ਵੀ ਤੁਹਾਡਾ ਆਪਾਂ ਜ਼ਰੂਰ ਪੱਖ ਜਾਣਨਾ ਚਾਹੁੰਦੇ ਹਾਂ, ਜ਼ਰੂਰ ਆਓ। ਅੱਜ ਮੀਟਿੰਗ 'ਚ ਕਿਉਂ ਨਹੀਂ ਦਿਸੇ ਜੀ ਤੁਸੀਂ? ਮੀਟਿੰਗ 'ਚ ਮੇਰਾ ਨਾਂ ਦਿਖਣ ਦਾ ਇਹ ਸੀਗਾ ਕਿ ਉਦੋਂ ਜਦੋਂ ਕਿਸੇ ਪੱਤਰਕਾਰ ਵੀਰ ਨੇ ਭਾਜੀ ਸਵਾਲ ਪੁੱਟ ਅਪ ਕੀਤਾ ਇਹਨਾਂ ਨੂੰ ਵੀ ਇਸ ਤਰ੍ਹਾਂ ਕਰਕੇ ਇੱਕ ਫੋਟੋ ਸੈਲਫੀ ਵਾਇਰਲ ਹੋਈ ਹੈ, ਤੇ ਇੱਕ ਕਿਸਾਨ ਯੂਨੀਅਨ ਦੇ ਲੀਡਰ ਦਾ ਅੱਗੋਂ ਬਿਆਨ ਆਇਆ ਕਿ ਅਸੀਂ ਇਹੋ ਜਿਹੇ ਬੰਦਿਆਂ ਤੋਂ ਦੂਰ ਰਵਾਂਗੇ। ਉਸ ਦਿਨ ਮੈਂ ਪੱਗ ਵੀ ਅਚਾਨਕ ਹਰੀ ਬੰਨੀ ਹੋਈ ਸੀ, ਤੇ ਜੈਕਟ ਮੈਨੂੰ ਕਿਸਾਨ ਦੀ ਮਿਲ ਗਈ। ਅਗਰ ਉਹ ਨਾ ਮਿਲਦੀ ਤਾਂ ਦੇਖੋ ਮੈਂ ਅੱਜ ਵੀ ਕੋਟ ਪੈਂਟ ਪਾਇਆ, ਮੈਂ ਕੋਟ ਪੈਂਟ ਹੀ ਪਾਉਣਾ ਜੀ, ਤੇ ਮੈਂ ਉਹ ਸਿਰਫ ਉਹ ਜੈਕਟ ਪਾਉਣਾ ਮੇਰੇ ਲਈ ਉਹ ਥੋੜ੍ਹਾ ਜਿਹਾ ਗਲਤ ਹੋ ਗਿਆ। ਉਹ ਦਿਨ ਮੀਡੀਆ ਵਾਲੇ ਮੈਨੂੰ ਬਾਰ-ਬਾਰ ਇੰਟਰਵਿਊ ਵਾਸਤੇ ਕਹਿ ਰਹੇ ਸੀਗੇ, ਤੇ ਜੇ ਮੈਂ ਸਾਰਿਆਂ ਨੂੰ ਇੰਟਰਵਿਊ ਦੇਣ ਲੱਗਾ ਤਾਂ ਫਿਰ ਲੋਕਾਂ ਨੇ ਮੈਨੂੰ ਕਹਿਣਾ ਯਾਰ ਇਹਨੇ ਪੋਲਿਟਿਕਸ ਦੇ ਵਿੱਚ ਆਉਣਾ ਹੋਣਾ, ਠੀਕ ਹੈ ਜੀ। ਪਰ ਅਸੀਂ ਪੋਲਿਟਿਕਸ ਦੇ ਵਿੱਚ ਸਾਡਾ ਜਾਣ ਦਾ ਕੋਈ ਮਨਸ਼ਾ ਹੀ ਹੈ ਨਹੀਂ। ਕੱਲ੍ਹ ਨੂੰ ਜੇ ਪੋਲਿਟਿਕਸ ਦੇ ਵਿੱਚ ਆ ਗਏ ਤੇ ਇਹ ਵਾਲੀ ਇੰਟਰਵਿਊ ਕਿਸੇ ਨੇ ਵਾਇਰਲ ਕਰਤੀ ਵੀ ਉਦੋਂ ਤਾਂ ਐਵੇਂ ਕਹਿੰਦੇ ਸੀ ਭੁੱਲਰ ਸਾਹਿਬ, ਤੇ ਆਪਾਂ ਨੂੰ ਲੋੜ ਨਹੀਂ ਜਗ੍ਹਾ ਜਗ੍ਹਾ ਸਪਸ਼ਟੀਕਰਨ ਦੇਣ ਦੀ ਭਾਜੀ। ਮੈਂ ਆਪਣੇ ਪਰਿਵਾਰ ਨੂੰ ਸਪਸ਼ਟੀਕਰਨ ਦੇਣ ਦੇ ਉਹ ਮਾਇਨੇ ਰੱਖਦਾ, ਮੈਂ ਆਪਣੀ ਟਰਾਂਸਪੋਰਟ ਐਸੋਸੀਏਸ਼ਨ ਨੂੰ ਰੱਖਦਾ, ਆਪਣੀ ਡਰਾਈਵਰ ਯੂਨੀਅਨ ਨੂੰ ਰੱਖਦਾ, ਤੇ ਮੈਂ ਆਪਣੇ ਰੱਬ ਨੂੰ ਰੱਖਦਾ। ਇਸ ਤੋਂ ਇਲਾਵਾ ਮੈਂ ਕਿਸੇ ਨੂੰ ਸਪਸ਼ਟੀਕਰਨ ਨਹੀਂ ਦੇਣਾ ਚਾਹੁੰਦਾ ਭਾਜੀ। ਜੇ ਇਹਨਾਂ ਕੋਲੇ ਅਸੀਂ ਗੁਲਦਸਤੇ ਲੈ ਕੇ ਗਏ ਹਾਂ ਤੇ ਇਹਨਾਂ ਦੇ ਖਿਲਾਫ ਹੀ ਧਰਨੇ ਵੀ ਦਿੱਤੇ ਹੋਏ ਨੇ, ਤੁਸੀਂ ਧਰਨੇ ਵਾਲੀਆਂ ਵੀ ਮੇਰੀਆਂ ਫੋਟੋਆਂ ਕੱਢ ਲਓ। ਪੂਰੇ ਦਾਅਵੇ ਦੇ ਨਾਲ ਕਹਿੰਦੇ ਹੋ 100% ਵੀ ਤੁਹਾਡਾ ਕਿਸੇ ਵੀ ਤਰ੍ਹਾਂ ਦੇ ਨਾਲ ਕਦੇ ਵੀ ਕਿਸੇ BJP ਪਾਰਟੀ ਨਾਲ ਜਾਂ ਕਿਸੇ ਦੇ ਨਾਲ RSS ਦੇ ਨਾਲ ਲਿੰਕ ਨਹੀਂ ਹੋਊਗਾ? RSS ਦੇ ਕੈਂਪ ਤੋਂ ਫੋਟੋ ਕੋਈ ਕੱਢ ਦਵੇ ਤੇ ਭਾਜੀ ਲੱਖ ਲਾਣ ਤੇ ਫਿਰ ਸਾਡੀ ਪੱਗ ਤੇ ਲੱਖ ਲਾਣ ਤੇ ਫਿਰ ਸਾਡੀ ਜ਼ਿੰਦਗੀ ਤੇ ਕਿੰਦਾ ਨਾਂ ਲੈਣ ਦੇ ਭਾਜੀ, ਉਹਨੂੰ ਤਾਂ ਵੈਸੇ ਨਹੀਂ ਪਸੰਦ ਕਰਦੇ। ਸਿੱਧੀ ਜੀ ਗੱਲ ਹੈ, ਮੁੱਕ ਦੀ ਗੱਲ ਇਹ। ਬੀਤੀ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਸਰਕਾਰ ਦੇ ਨਾਲ ਮੀਟਿੰਗ ਸੀਗੀ, ਤੇ ਇਸ ਮੀਟਿੰਗ ਦੇ ਦੌਰਾਨ ਇੱਕ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਪ੍ਰਚਾਰੀ ਜਾਂਦੀ ਹੈ, ਤੇ ਕਿਹਾ ਜਾਂਦਾ ਹੈ ਵੀ ਦੇਖੋ ਕਿਸਾਨ ਆਗੂ ਕੀ ਕਰ ਰਹੇ ਨੇ। ਇੱਕ ਕਿਸਾਨ ਆਗੂ ਦੱਸ ਕੇ ਇਹ ਗੱਲ ਕਹੀ ਗਈ ਵੀ ਦੇਖੋ ਕਿਸਾਨ ਆਗੂ ਮੰਤਰੀ ਪਿਊਸ਼ ਗੋਇਲ ਦੇ ਨਾਲ ਫੋਟੋਆਂ ਕਰਵਾ ਰਹੇ ਨੇ, ਪਰ ਉਹ ਕਿਸਾਨ ਆਗੂ ਨਹੀਂ ਸੀਗੇ। ਉਹ ਤੋਂ ਬਾਅਦ ਇੱਕ ਹੋਰ ਵੀਡੀਓ ਵੀ ਆਉਂਦੀ ਹੈ ਬਲਵੰਤ ਸਿੰਘ ਭੁੱਲਰ, ਜਿਨ੍ਹਾਂ ਦੀ ਉਹ ਫੋਟੋ ਸੀਗੀ। ਉਹ ਕਿਸ ਮਨਸ਼ਾ ਦੇ ਨਾਲ, ਕਿਉਂਕਿ ਅੰਦਰ ਲੰਗਰ ਛਕਾਉਂਦੇ ਨੇ ਜਦੋਂ, ਤਾਂ ਉਸ ਵੇਲੇ ਦੀ ਉਹ ਫੋਟੋ ਹੈ, ਉਹ ਕਿਸ ਤਰ੍ਹਾਂ ਲਈ ਜਾਂਦੀ ਹੈ, ਕਿਸ ਮਨਸ਼ਾ ਦੇ ਨਾਲ ਲਈ ਜਾਂਦੀ ਹੈ, ਤੇ ਕੌਣ ਵਿਅਕਤੀ ਹੈ, ਉਹ ਕਿਸ ਨੇ ਲਈ ਹੈ, ਆਓ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ। ਉਹੀ ਸ਼ਖਸ ਸਾਡੇ ਨਾਲ ਨੇ ਬਲਵੰਤ ਸਿੰਘ ਜੀ ਭੁੱਲਰ, ਜਿਨ੍ਹਾਂ ਦੀ ਫੋਟੋ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਸੈਲਫੀ। ਭੁੱਲਰ ਸਾਹਿਬ ਕੀ ਗੱਲ ਹੋਈ ਸੀ ਉਸ ਦਿਨ? ਬਹੁਤ ਲੋਕ ਤਾਂ ਇੱਥੋਂ ਤੱਕ ਕਹਿਣ ਲੱਗੇ ਦੇਖੋ ਜੀ ਰਲੇ ਹੋਇਆ, ਇਸ ਬੰਦੇ ਤੋਂ ਬਚਣਾ ਚਾਹੀਦਾ, ਇਹ ਭਾਜਪਾ ਦਾ ਬੰਦਾ। ਤੇ ਕੀ ਹੋਇਆ ਸੀ? ਉਹ ਸੈਲਫੀ ਕਿਉਂ ਲਈ ਗਈ ਸੀਗੀ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਦਾ ਜੀ। ਔਰ ਉਸ ਤੋਂ ਬਾਅਦ ਜਿਹੜੀ ਮੇਰੀ ਫੋਟੋ ਲਈ ਗਈ ਹੈ, ਮੈਂ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰੀ ਸੱਚਾਈ ਦੱਸਾਂ। ਜਿਹੜੀ ਮਨਸ਼ਾ ਦੇ ਨਾਲ ਮੈਂ ਲਈ ਸੀ ਤੇ ਜਿਹੜੀ ਮਨਸ਼ਾ ਦੇ ਨਾਲ ਲੋਕਾਂ ਨੇ ਉਹਨੂੰ ਪ੍ਰੈਜ਼ੈਂਟ ਕੀਤਾ, ਤੇ ਉਸ ਦੇ ਬਾਵਜੂਦ ਵੀ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ, ਪਹਿਲਾਂ ਤਾਂ ਮੈਂ ਉਹਦੀ ਮਾफ़ੀ ਮੰਗਦਾ ਜੀ। ਦੂਸਰੀ ਗੱਲ, ਜਦੋਂ ਅਸੀਂ ਅੰਦਰ ਗਏ ਸੀ ਉਸ ਦਿਨ ਮੈਨੂੰ ਕਿਸਾਨ ਨੇ ਇੱਕ ਨੇ ਜੈਕਟ ਦਿੱਤੀ ਸੀ ਆਪਣੀ, ਕਹਿੰਦੇ ਯਾਰ ਇਹ ਤੁਸੀਂ ਪਾ ਲਿਆ ਕਰੋ, ਕੋਟ ਪੈਂਟ ਲਾ ਲਿਆ ਕਰੋ, ਥੋੜ੍ਹਾ ਕਿਸਾਨ ਲੱਗੋ। ਤੇ ਮੈਂ ਉਦੋਂ ਜੈਕਟ ਪਾ ਲਈ, ਤੇ ਜਦੋਂ ਆਪਣਾ ਬੰਗਲਾ ਸਾਹਿਬ ਤੋਂ ਖਾਣਾ ਆਇਆ, ਲੰਗਰ ਆਇਆ ਸਾਡਾ ਜਦੋਂ, ਤੇ ਸਾਨੂੰ ਜਦੋਂ ਅੰਦਰੋਂ ਕਾਲ ਆਈ, ਪਹਿਲਾਂ ਉਹ ਖਾਣਾ ਅਸੀਂ ਮੀਡੀਆ ਵਾਲੇ ਵੀਰਾਂ ਨੂੰ ਛਕਾਇਆ, ਤੇ ਫਿਰ ਜਦੋਂ ਅੰਦਰੋਂ ਕਾਲ ਆਈ ਤੇ ਉਦੋਂ ਅਸੀਂ ਉਹ ਲੰਗਰ ਅੰਦਰ ਛਕਾਉਣ ਵਾਸਤੇ ਗਏ ਸੀਗੇ। ਤੇ ਉਹੀ ਮੈਂ ਉਹ ਜੈਕਟ ਮੈਂ ਉਤਾਰਨੀ ਭੁੱਲ ਗਿਆ, ਤੇ ਮੈਨੂੰ ਉਹ ਜਿਵੇਂ ਉਹ ਸੇਵਾਦਾਰ ਗਏ ਸੀ ਬੰਗਲਾ ਸਾਹਿਬ ਵਾਲੇ, ਤੇ ਨਾਲ ਮੈਨੂੰ ਵੀ ਉਹਨਾਂ ਨੇ ਜਾਣ ਦਾ ਮੌਕਾ ਮਿਲਿਆ ਵੀ ਚਲੋ ਭਾਜੀ ਅੰਦਰ ਸਮਾਨ ਜ਼ਿਆਦਾ ਹੈ, ਰਾਸ਼ਨ ਜ਼ਿਆਦਾ, ਤੇ ਤੁਸੀਂ ਵੀ ਸਾਡੀ ਹੈਲਪ ਕਰ ਦਿਓ। ਮੈਂ ਉਹ ਹੈਲਪ ਦੇ ਨਾਲ ਤੌਰ 'ਤੇ ਚਲਾ ਗਿਆ ਅੰਦਰ। ਤੇ ਉਸ ਤੋਂ ਬਾਅਦ ਜਿਵੇਂ ਜਦੋਂ ਅਸੀਂ ਜਾ ਰਹੇ ਸੀ ਅੰਦਰ, ਤੇ ਆਪਣੇ ਮੀਡੀਆ ਵਾਲੇ ਵੀਰ ਕਹਿ ਰਹੇ ਸੀ ਕਿ ਅੰਦਰ ਉਹ ਕਿਵੇਂ ਖਾਣਾ ਛਕਦੇ, ਕੋਸ਼ਿਸ਼ ਕਰਿਆ ਜੇ ਫੋਟੋ ਵਗੈਰਾ ਕੋਈ ਲੈ ਕੇ ਆਉਣ ਦੀ।
ਤੇ ਮੈਂ ਆਖਿਆ ਚਲੋ ਠੀਕ ਹੈ ਜੀ। ਪਹਿਲਾਂ ਜਦੋਂ ਉੱਥੇ ਸਾਰੇ ਆਪਣੇ ਕਿਸਾਨ ਲੀਡਰ ਆਏ, ਜਥੇਬੰਦੀਆਂ ਆਈਆਂ, ਤੇ ਉਹਨਾਂ ਨੂੰ ਅਸੀਂ ਖਾਣਾ ਲੰਗਰ ਜਿਹੜਾ ਉਹ ਪਾ ਕੇ ਦੇ ਰਹੇ ਸੀ ਥਾਲ ਦੇ ਵਿੱਚ। ਤੇ ਨਾਲ ਹੀ ਫਿਰ ਜਦੋਂ ਤਿੰਨਾਂ ਮੰਤਰੀਆਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸਾਡਾ ਲੰਗਰ ਛਕੋ, ਤੇ ਉਹ ਵੀ ਨਾਲ ਆ ਗਏ, ਉਹਨਾਂ ਨੇ ਥਾਲ ਫੜ ਲਿਆ। ਤੇ ਮੈਂ ਥੋੜ੍ਹਾ ਜਿਹਾ ਕਿਹਾ, ਮੈਂ ਕਿਹਾ ਹੁਣ ਇਹਨਾਂ ਨੂੰ ਥੋੜ੍ਹਾ ਜਿਹਾ ਪਹਿਲਾਂ ਖਵਾਓ, ਵੀ ਗੁਰੂ ਦਾ ਲੰਗਰ ਆ, ਇਹਨਾਂ ਨੂੰ ਅੱਗੇ ਕਰੋ ਥੋੜ੍ਹਾ ਜਿਹਾ, ਵੀ ਇਹਨਾਂ ਦੇ ਖਰੇ ਮਨ ਬੁੱਧੀ ਆ ਜਾਵੇ ਗੁਰੂ ਦਾ ਲੰਗਰ ਛਕ ਕੇ। ਜਿਹੜੇ ਅਸੀਂ ਇੰਨੇ ਦਿਨਾਂ ਤੋਂ ਧਰਨੇ ਲਾ ਰਹੇ ਹਾਂ, ਪ੍ਰਦਰਸ਼ਨ ਕਰ ਰਹੇ ਹਾਂ, ਠੰਡਾਂ ਦੇ ਵਿੱਚ ਬੈਠੇ ਹੋਏ ਆ ਰੋਡਾਂ ਦੇ ਉੱਤੇ, ਤੇ ਸ਼ਾਇਦ ਮਹਾਰਾਜ ਦੀ ਕਿਰਪਾ ਹੋਵੇ, ਇਹਨਾਂ ਦੀ ਮਦ ਬੁੱਧੀ ਆਵੇ ਇਹਨਾਂ ਨੂੰ, ਤੇ ਬਿੱਲ ਜਿਹੜੇ ਨੇ ਉਹ ਵਾਪਸ ਲੈ ਸਕਣ। ਤੇ ਫਿਰ ਮੈਂ ਉੱਥੇ ਕਿਸੇ ਆਪਣੇ ਨੂੰ ਫੋਨ ਮੈਂ ਵੀਰ ਨੂੰ ਦਿੱਤਾ, ਮੈਂ ਕਿਹਾ ਯਾਰ ਤੁਸੀਂ ਇੰਝ ਕਰੋ, ਇਹਨਾਂ ਦੇ ਲੰਗਰ ਛਕਦੇ ਦੀਆਂ ਫੋਟੋਆਂ ਖਿੱਚ ਕੇ ਲਿਆਓ। ਉਹ ਵੀਰ ਮੇਰਾ ਫੋਨ ਲੈ ਕੇ ਗਿਆ, ਲੇਕਿਨ ਉਹਨੂੰ ਕਿਸੇ ਨੇ ਫੋਟੋ ਖਿੱਚਣ ਨਹੀਂ ਦਿੱਤੀ। ਮੈਂ ਦਿਖਾਉਣਾ ਚਾਹੁੰਦਾ ਸੀਗਾ, ਮੇਰੀ ਜਿਹੜੀ ਮਨਸ਼ਾ ਸੀਗੀ ਕਿ ਅਸੀਂ ਪਹਿਲਾਂ ਫੋਟੋ ਲੰਗਰ ਉਹਨਾਂ ਨੂੰ ਪਾ ਕੇ ਦਿੱਤਾ ਥਾਲ ਦੇ ਵਿੱਚ, ਫਿਰ ਅਸੀਂ ਇਹ ਦੇਖਣ ਲੱਗੇ ਕਿ ਵੀ ਇਹਨਾਂ ਨੇ ਛਕਿਆ ਕਿ ਨਹੀਂ ਛਕਿਆ, ਤੇ ਲੰਗਰ ਨੂੰ ਮਾਨ ਸਤਿਕਾਰ ਉਹ ਬਰਾਬਰ ਬੰਦਾ ਮਿਲਿਆ ਕਿ ਨਹੀਂ ਮਿਲਿਆ। ਲੇਕਿਨ ਉਹ ਜਦੋਂ ਗਏ ਛਕਣ ਵਾਸਤੇ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਫੋਟੋ ਕਰਦੇ ਇਹਨਾਂ ਦੇ ਨਾਲ ਲੰਗਰ ਛਕਦੇ ਹੋਏ ਦੀ। ਉਹ ਕਹਿੰਦੇ ਭਾਜੀ ਨਹੀਂ, ਤੁਸੀਂ ਆਪ ਫੋਟੋ ਲੈ ਲਓ। ਤੇ ਮੈਂ ਸੋਚਿਆ ਵੀ ਥਾਲ ਚਲੋ ਇਹਨਾਂ ਦੇ ਉੱਪਰ ਹੱਥ ਦੇ ਵਿੱਚ ਆ, ਤੇ ਮੈਂ ਆਪਣਾ ਕੈਮਰਾ ਕੱਢ ਕੇ ਮੈਂ ਸੈਲਫੀ ਲੈ ਲਈ। ਵੀ ਮੈਂ ਉਹ ਥਾਲ ਦੇ ਵਿੱਚ, ਤੁਸੀਂ ਧਿਆਨ ਨਾਲ ਉਸ ਫੋਟੋ ਨੂੰ ਦੇਖੋ, ਮੈਂ ਗੁਰੂ ਦਾ ਲੰਗਰ ਤੇ ਗੁਰੂ ਦੀ ਥਾਲੀ ਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਸਾਡਾ ਜਿਹੜਾ ਅੱਜ ਲੰਗਰ ਛਕਿਆ ਗਿਆ ਆ। ਤੇ ਜਿਹੜੀ ਉਸ ਤੋਂ ਬਾਅਦ ਜਿਹੜੀ ਸਾਡੀ ਗੁਰੂ ਘਰ ਤੋਂ ਚਾਹ ਬਣ ਕੇ ਆਈ ਸੀ ਬੰਗਲਾ ਸਾਹਿਬ ਦੀ, ਨਾਲ ਮੈਂ ਉਹ ਵੀ ਗਲਾਸ ਫੜਾਇਆ ਉਹਨਾਂ ਨੂੰ, ਮੰਤਰੀ ਸਾਹਿਬ ਨੂੰ। ਮੈਂ ਕਿਹਾ ਆਹ ਲਓ ਫੜੋ ਜੀ, ਤੁਸੀਂ ਚਾਹ ਛਕੋ। ਸਾਡੇ ਬਹੁਤ ਇਹਨਾਂ ਦੇ ਨਾਲ ਮਤਭੇਦ ਆ, ਠੀਕ ਆ, ਚੁਣੇ ਹੋਏ ਜਨਤਾ ਦੇ ਨੁਮਾਇੰਦੇ ਆ, ਅੱਜ ਤੱਕ ਇਹ ਸਾਨੂੰ ਰੋਡਾਂ 'ਤੇ ਰੱਖ ਕੇ ਬੈਠੇ ਆ, ਅਸੀਂ ਇਹਨਾਂ ਦੀ ਇੱਜ਼ਤ ਕਰਦੇ ਹਾਂ। ਪਰ ਇੱਜ਼ਤ ਕਰਨ ਦਾ ਇਹ ਮਤਲਬ ਨਹੀਂ ਕਿ ਅਸੀਂ ਇਹਨਾਂ ਦੇ ਕੋਈ ਫੈਨ ਆ ਜਾਂ ਇਹਨਾਂ ਨੂੰ ਕੋਈ ਬੜਾਵਾ ਦੇ ਰਹੇ ਹਾਂ, ਐਸਾ ਕੁਝ ਨਹੀਂ ਸੀਗਾ। ਲੇਕਿਨ ਉਹ ਲੋਕਾਂ ਨੇ, ਅੱਜ ਵੀ ਅਸੀਂ ਇਹਨਾਂ ਨੂੰ ਜੀ ਕਰਕੇ ਕਹਿੰਦੇ ਆ, ਕਿਉਂਕਿ ਕੰਮ ਤਸਕਰ ਇਹਨਾਂ ਨੇ ਕਰਨਾ। ਜਦੋਂ ਅਸੀਂ ਪਹਿਲੀ ਇੰਟਰਵਿਊ ਕੀਤੀ ਸੀ, ਮੈਨੂੰ ਆ ਗਿਆ ਸੀ, ਬਹੁਤ ਲੋਕਾਂ ਨੇ ਮੈਨੂੰ ਫੋਨ ਕੀਤੇ, ਕਹਿੰਦੇ ਵੀ ਜਿਹੜੀ ਤੁਸੀਂ ਇੰਟਰਵਿਊ ਕੀਤੀ ਆ, ਉਹ ਅਮਨਦੀਪ ਸਿੰਘ ਮਾਝਾ ਨੇ ਇੰਟਰਵਿਊ ਕੀਤੀ ਸੀ, ਕਹਿੰਦੇ ਵੀ ਇਸ ਸ਼ਖਸ ਦੀਆਂ ਅਲੱਗ-ਅਲੱਗ ਮੰਤਰੀਆਂ ਨਾਲ, ਭਾਜਪਾ ਦੇ ਬੰਦਿਆਂ ਦੇ ਨਾਲ ਫੋਟੋਆਂ ਜੀ, ਇਹ ਤਾਂ ਭਾਜਪਾ ਦਾ ਬੰਦਾ। ਉਦੋਂ ਵੀ ਕਿਹਾ ਸੀ ਮੈਨੂੰ, ਤੇ ਅਸੀਂ ਦੁਬਾਰਾ ਰਿਐਕਸ਼ਨ ਵੀ ਲਿਆ ਸੀਗਾ ਤੁਹਾਡਾ। ਤੇ ਉਹ ਫੋਟੋ ਨੂੰ ਆਧਾਰ ਬਣਾ ਕੇ ਕੀ ਹੁਣ ਇਹ ਵੀ ਦੇਖ ਰਹੇ ਨੇ ਲੋਕ, ਕਿਤੇ ਅੱਜ ਤੁਹਾਡੀਆਂ ਫੋਟੋਆਂ ਵਾਇਰਲ ਕਰ ਰਹੇ ਨੇ, ਕੱਲ੍ਹ ਨੂੰ ਕਿਤੇ ਕੋਈ ਲਿੰਕ ਵਾਇਰਲ ਕਰ ਦੇਣ ਬਈ, ਜਾਂ ਲਿੰਕ ਦਿਖਾ ਦੇਣ, ਪ੍ਰੂਫ ਕਰ ਦੇਣ ਵੀ ਤੁਸੀਂ RSS ਜਾਂ ਭਾਜਪਾ ਦੇ ਬੰਦੇ ਹੋ ਜੀ। ਫਿਰ ਭਾਜੀ ਫਿਰ ਜਦੋਂ ਇਹ ਜੇ ਕੋਈ ਪ੍ਰੂਫ ਕਰ ਦੇਵੇਗਾ ਨਾ ਜੀ, ਤੇ ਮੇਰੇ ਹਿਸਾਬ ਨਾਲ ਸੇਵਾ ਜਿਹੜੀ ਵੀ ਸੰਗਤ ਲਾਏਗੀ, ਇੱਥੋਂ ਤੱਕ ਕਿ ਜੇ ਆਪਾਂ ਨੂੰ ਮਰਨ ਲਈ ਵੀ ਕਹਿਣਗੇ ਤੇ ਆਪਾਂ ਪਿੱਛੇ ਨਹੀਂ ਹਟਾਂਗੇ, ਕੋਈ ਇੱਕ ਪ੍ਰੂਫ ਕਰ ਦੇਵੇ। ਇਸ ਤਰ੍ਹਾਂ ਜਿਹੜੇ ਘਰੇ ਸਰਟੀਫਿਕੇਟ ਰੱਖ ਕੇ ਬੈਠੇ, 1 ਮਿੰਟ 'ਚ ਗਦਾਰ ਕਹਿ ਦੇਣਾ, ਉਸ ਚੀਜ਼ ਤੋਂ ਮੈਨੂੰ ਵੀ ਠੇਸ ਪਹੁੰਚੀ। ਮੈਂ ਕਿਹਾ ਯਾਰ ਅਸੀਂ ਕਿਸਾਨਾਂ ਨੇ ਤਾਂ 26 ਨਵੰਬਰ ਨੂੰ ਦਿੱਲੀ ਪਹੁੰਚਣਾ ਸੀਗਾ, 22 ਨਵੰਬਰ ਨੂੰ ਮੈਂ ਸਭ ਤੋਂ ਪਹਿਲਾਂ ਨੈਸ਼ਨਲ ਮੀਟਿੰਗ ਕੀਤੀ, ਜਿਹਦੇ 'ਚ ਗੁਜਰਾਤ, ਬੰਬੇ, ਮਹਾਰਾਸ਼ਟਰ ਤੋਂ, ਕਲਕੱਤਾ ਤੋਂ ਸਾਡੇ ਯੂਨੀਅਨਾਂ ਦੇ ਪ੍ਰਧਾਨ ਆਏ। ਤੇ ਮੈਂ ਪਹਿਲਾਂ ਹੀ ਇੱਕ ਪਲੇਟਫਾਰਮ ਇਹਨਾਂ ਦੇ ਵਾਸਤੇ, ਇੱਕ ਕਾਰਪੇਟ ਵਿਛਾ ਕੇ ਰੱਖਿਆ ਸੀਗਾ ਵੀ ਆਪਾਂ ਕਿਸਾਨਾਂ ਨੂੰ ਸਮਰਥਨ ਦੇਣਾ ਆ। ਤੇ ਉਹ ਮੀਟਿੰਗ ਅਸੀਂ 22 ਨਵੰਬਰ ਨੂੰ ਪਹਿਲਾਂ ਹੀ ਕਰਕੇ ਅਸੀਂ ਬਹੁਤ ਮਜ਼ਬੂਤ ਹੋ ਗਏ ਸੀਗੇ। ਕਿ ਮੈਂ ਖੁਦ 20 ਤਰੀਕ ਨੂੰ ਪੰਜਾਬ ਤੋਂ ਆਇਆ, ਮੈਂ ਪੰਜਾਬ ਹੀ ਸੀਗਾ ਜਦੋਂ ਦਾ ਅੰਦੋਲਨ ਚੱਲਦਾ, 2-4 ਜਗ੍ਹਾ 'ਤੇ ਮੈਂ ਧਰਨਿਆਂ 'ਚ ਵੀ ਸ਼ਾਮਲ ਹੋਇਆ ਸੀਗਾ। ਤੇ ਮੈਂ ਕਿਹਾ ਇੱਥੇ ਕਿਸੇ ਇਹਨਾਂ ਨੂੰ ਇਹ ਨਾ ਲੱਗੇ ਵੀ ਅਸੀਂ ਇਕੱਲੇ ਆ, ਇੱਕ ਬੇਟਾ ਉਹਨਾਂ ਦਾ ਅਗਰ ਉਹ ਕਿਸਾਨ ਹੈ, ਦੂਜਾ ਟਰਾਂਸਪੋਰਟਰ, ਤੇ ਤੀਜਾ ਡਰਾਈਵਰ ਵੀ ਉਹਨਾਂ ਦਾ। ਤੇ ਅਸੀਂ ਤਾਂ ਉਹ ਇੱਕ ਭਾਵਨਾ ਦੇ ਨਾਲ ਜੁੜੇ ਹੋਏ ਸੀਗੇ, ਤੇ ਜਿਹੜੀ ਭਾਵਨਾ ਨੂੰ ਬਿਲਕੁਲ, ਹੁਣ ਜਿਹੜੀਆਂ ਰਹੀਆਂ ਮੇਰੀਆਂ ਪੁਰਾਣੀਆਂ ਫੋਟੋਆਂ ਦੀਆਂ ਗੱਲ, ਮੈਂ 2011 ਦੇ ਵਿੱਚ ਅੰਨਾ ਹਜ਼ਾਰੇ ਮੂਵਮੈਂਟ ਦੇ ਵਿੱਚ ਕੰਮ ਕੀਤਾ ਜੀ। ਉਦੋਂ ਬਾਅਦ ਇੱਕ ਪਾਰਟੀ ਨਿਕਲੀ, ਰਾਜਨੀਤਿਕ ਆਮ ਆਦਮੀ ਪਾਰਟੀ, ਮੈਂ ਉਹਦੇ 'ਚ ਬਹੁਤ ਟਾਈਮ ਸਰਗਰਮ ਕੰਮ ਕੀਤਾ। ਅਰਵਿੰਦ ਕੇਜਰੀਵਾਲ ਜੀ ਨਾਲ ਮੇਰੀਆਂ ਫੋਟੋਆਂ, ਉਹਨਾਂ ਦੇ ਕਿਸੇ ਹਰ ਇੱਕ ਮੰਤਰੀ ਦੇ ਨਾਲ ਮੇਰੀਆਂ ਫੋਟੋਆਂ ਨੇ, ਸਭ ਫੇਸਬੁੱਕ 'ਤੇ ਪਈਆਂ, ਮੈਂ ਕੋਈ ਲੁਕਾ ਥੋੜ੍ਹੀ ਰੱਖਿਆ। ਉਸ ਤੋਂ ਬਾਅਦ ਸੈਂਟਰ ਦੇ ਵਿੱਚ BJP ਦੀ ਸਰਕਾਰ ਬਣਦੀ ਹੈ, ਤੇ ਮੈਂ ਇੱਕ ਟੈਕਸੀ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਂ 'ਤੇ ਜਿਹੜੀ ਸਾਡੀ ਸਮੱਸਿਆ ਆਉਂਦੀ ਹੈ, ਜਿਵੇਂ ਕਿ ਮੈਂ ਮਜ਼ਦੂਰਾਂ ਵਾਸਤੇ 20 ਲੱਖ ਦੇ ਬੀਮੇ ਮੰਗੇ ਸੀਗੇ, ਉਹ ਸਾਡੀ ਔਨ ਰਿਕਾਰਡ ਮੇਰੀ ਇੰਟਰਵਿਊ ਤੁਸੀਂ ਪਾਰਲੀਮੈਂਟ ਦੇ ਵਿੱਚ ਮੇਰੀ ਆਵਾਜ਼ ਜਿਹੜੀ ਹੈ ਉਹ ਡਾਕਟਰ ਧਰਮਵੀਰ ਗਾਂਧੀ ਨੇ 9 ਸਤੰਬਰ 2019 ਨੂੰ ਚੁੱਕੀ ਸੀਗੀ ਕਿ ਹਰ ਮਜ਼ਦੂਰ ਦਾ 20 ਲੱਖ ਦਾ ਬੀਮਾ ਹੋਵੇ, 10 ਲੱਖ ਦਾ ਦੁਰਘਟਨਾ ਬੀਮਾ ਹੋਵੇ, ਪੈਨਸ਼ਨ ਯੋਜਨਾ ਹੋਵੇ। ਮੈਂ ਤਾਂ ਮਜ਼ਦੂਰਾਂ ਲਈ 14 ਸਾਲ ਤੋਂ ਦਿੱਲੀ ਦੇ ਵਿੱਚ ਕੰਮ ਕਰ ਰਿਹਾ ਜੀ। ਹੁਣ ਜਦੋਂ ਸਰਕਾਰ 'ਚ ਇਹ ਬੈਠੇ ਨੇ ਲੋਕ, ਤੇ ਮੰਗਣ ਤਾਂ ਇਹਨਾਂ ਕੋਲੇ ਜਾਵਾਂਗੇ। ਹੁਣ ਜੇ ਬਿੱਲ ਰੱਦ ਕਰਾਉਣ ਆਏ ਆਪਾਂ, ਤੇ ਬਿੱਲ ਤਾਂ ਇਹਨਾਂ ਤੋਂ ਰੱਦ ਕਰਾਉਣੇ, ਬਹਿਣਾ ਤਾਂ ਇਹਨਾਂ ਨਾਲ ਹੀ ਪੈਣਾ ਨਾ। ਤੇ ਹੁਣ ਜੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ, ਹੁਣ ਅੰਦਰ ਕਿਸਾਨ ਵੀ ਨਾਲ ਬਹਿੰਦੇ, ਫੋਟੋਆਂ ਵੀ ਬਾਹਰ ਨਿਕਲ ਕੇ ਆਉਂਦੀਆਂ, ਇਹਦਾ ਮਤਲਬ ਇਹ ਥੋੜੀ ਕਿ ਕਿਸਾਨ ਸਾਰੇ ਗਦਾਰ ਹੋ ਗਏ ਤੇ ਨਾਲ ਰਲ ਗਏ। ਉਹ ਫੋਟੋ ਤੋਂ ਮਨਾ ਤਾਂ ਉਹ ਵੀ ਨਹੀਂ ਕਰ ਸਕਦੇ, ਕਿਉਂਕਿ ਸਾਰੀ ਮੀਡੀਆ ਫੋਟੋ ਲੈਂਦੀ। ਗੱਲ ਸੈਲਫੀ ਕਰਕੇ ਚੱਕੀ ਗਈ ਹੈ ਜੀ। ਚਲੋ ਮੈਂ ਫਿਰ ਮੈਂ ਤੁਹਾਡੇ ਤੋਂ, ਮੈਂ ਭਾਜੀ ਤੁਹਾਡੇ ਚੈਨਲ ਦੇ ਮਾਧਿਅਮ ਵੀ ਮੈਂ ਕਹਿ ਦਿੰਦਾ ਕਿ ਅਗਰ ਸੈਲਫੀ ਤੋਂ ਚੁੱਕੀ ਗਈ ਹੈ ਤੇ ਮੇਰੀ ਮਨਸ਼ਾ ਕੁਝ ਹੋਰ ਸੀ, ਤੇ ਜਿੰਦੀ ਮੈਂ ਮਾਫੀ ਵੀ ਮੰਗ ਰਿਹਾ। ਦੂਜੀ ਗੱਲ, ਕੋਈ ਮੇਰਾ ਲਿੰਕ ਇੱਕ ਤਰ੍ਹਾਂ ਦਾ ਵੀ ਕੱਢ ਲਓ ਭਾਜੀ, ਤੁਸੀਂ ਆਪ ਦੇਖੋ, ਮੈਂ ਦਿੱਲੀ ਦੇ ਵਿੱਚ ਰਹਿਣਾ, ਇਕੱਲਾ ਬੰਦਾ ਮੈਂ ਇਸੇ ਦਿੱਲੀ ਦੇ ਵਿੱਚ ਰਹਿ ਰਿਹਾ। ਮੈਂ ਜਦੋਂ ਇਹਨਾਂ ਨੇ ਮੈਨੂੰ ਬੱਸਾਂ ਦੀ ਸੇਵਾ ਲਾਈ, ਮੈਂ ਉਦੋਂ ਬੱਸਾਂ ਵੀ ਇਹਨਾਂ ਨੂੰ ਅਰੇਂਜ ਕਰਕੇ ਦਿੱਤੀਆਂ, ਕਿਸਾਨ ਜਥੇਬੰਦੀਆਂ ਨੂੰ। ਬਿਲਕੁਲ ਜੀ, ਕਿਸਾਨ ਜਥੇਬੰਦੀਆਂ ਨੂੰ। ਮੈਨੂੰ ਹੁਣ ਜਿਹੜੀਆਂ ਬੱਸਾਂ ਦੇ ਉੱਤੇ ਜਥੇਬੰਦੀਆਂ ਇੱਥੇ ਮੀਟਿੰਗ ਤੱਕ ਆਉਂਦੀਆਂ, ਤੁਸੀਂ ਅਰੇਂਜ ਕਰੀਆਂ ਜੀ? ਬਿਲਕੁਲ ਜੀ, ਮੈਨੂੰ ਜਦੋਂ ਮੀਟਿੰਗ ਦੀ ਇਹਨਾਂ ਨੂੰ ਪਹਿਲੀ ਤਰੀਕ 3 ਤਰੀਕ ਨੂੰ ਕਾਲ ਆਈ ਸੀ, ਮੀਟਿੰਗ ਹੋਏਗੀ ਜਿਹੜੀ ਸਰਕਾਰ ਦੇ ਨਾਲ, ਤੇ ਮੈਨੂੰ ਜੋਗਿੰਦਰ ਯਾਦਵ ਜੀ ਦਾ ਫੋਨ ਆਇਆ ਸੀ, ਬਲਵੰਤ ਜੀ ਤੁਸੀਂ ਬੱਸਾਂ ਦਾ ਅਰੇਂਜਮੈਂਟ ਕਰਨਾ, ਕਿਉਂਕਿ ਮੈਂ ਉਹਨਾਂ ਦੇ ਨਾਲ 2011 ਤੋਂ ਹੀ ਕੰਮ ਕਰਦਾ ਆ ਰਿਹਾ, ਆਮ ਆਦਮੀ ਪਾਰਟੀ ਟਾਈਮ ਵੀ, ਉਦੋਂ ਬਾਅਦ ਵੀ। ਆਪਣੇ ਤੇ ਕਿਸੇ ਭਾਜੀ ਪਾਰਟੀ ਦਾ ਠੱਪਾ ਨਹੀਂ, ਆਪਾਂ ਤਾਂ ਜਿਹੜਾ ਵੀ ਹੈ, ਚਾਹੇ ਉਹ ਫਿਲਮ ਐਕਟਰ ਹੋਵੇ, ਚਾਹੇ ਉਹ ਕੋਈ ਡਾਇਰੈਕਟਰ ਹੋਵੇ, ਜਦੋਂ ਇੱਥੇ ਦਿੱਲੀ ਆਉਂਦੇ ਮੈਂ ਟੈਕਸੀਆਂ ਦੀ ਸੇਵਾਵਾਂ ਨਿਭਾਉਣਾ ਆ। ਮੇਰੇ ਬਹੁਤ ਸਾਰੇ NRI ਦੋਸਤ ਆ, ਜਦੋਂ ਦਿੱਲੀ ਆਉਂਦੇ ਉਹਨਾਂ ਨੂੰ ਟੈਕਸੀਆਂ ਜਦੋਂ ਚਾਹੀਦੀਆਂ ਹੁੰਦੀਆਂ, ਉਹ ਮੈਨੂੰ ਫੋਨ ਕਰਦੇ, ਬਲਵੰਤ ਸਾਨੂੰ ਟੈਕਸੀ ਦੀ ਅਰੇਂਜਮੈਂਟ ਕਰਵਾ ਕੇ ਦਿਓ। ਬਹੁਤ ਵੱਡਾ ਸਾਡਾ ਇੱਕ ਨੈਟਵਰਕ ਹੈ, ਬਹੁਤ ਸਾਡੇ ਇੱਥੇ ਰੈਸਟੋਰੈਂਟ ਸਾਡੇ ਨਾਲ ਜੁੜੇ ਹੋਏ ਨੇ, ਹੋਟਲ ਇੰਡਸਟਰੀ ਜੁੜੀ ਹੋਈ ਹੈ। ਸਾਨੂੰ ਕੀ ਹੈ, ਯੂਨੀਅਨ ਦੇ ਹੋਣ ਦੇ ਨਾਂ 'ਤੇ ਸਾਨੂੰ ਡਿਸਕਾਊਂਟ ਮਿਲਦੇ ਆ।
ਆ ਤੇ ਅਸੀਂ ਵਧੀਆ ਤੇ ਸੇਫ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਾਉਣੇ ਟੈਕਸੀਆਂ ਵਗੈਰਾ ਸਾਰਿਆਂ ਨੂੰ। ਸਾਡਾ ਇੰਨਾ ਕੀ ਹੈਗਾ, ਸਾਨੂੰ ਜਦੋਂ ਬੱਸਾਂ ਦੀ ਸੇਵਾ ਲੱਗੀ ਤੇ ਅਸੀਂ ਅੱਗੇ ਆਪਣੀ ਟਰਾਂਸਪੋਰਟ ਐਸੋਸੀਏਸ਼ਨ ਦੇ ਵਿੱਚ ਗੱਲ ਕੀਤੀ। ਸਾਡੇ ਜਿਹੜੇ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕਿਹਾ ਬਿਲਕੁਲ ਆਪਾਂ ਯਾਰ ਜਦੋਂ ਇੰਨੀ ਗੋਰਿਆਂ ਦੀ ਜਾਂ ਦੂਜੇ ਡੈਲੀਗੇਸ਼ਨ ਆਉਂਦੇ ਆ ਉਹਨਾਂ ਦੀ ਆਪਾਂ ਸੇਵਾ ਕਰ ਸਕਦੇ ਤੇ ਆਪਣੇ ਭਰਾ ਨੇ ਤੇ ਤੁਸੀਂ ਇਹਨਾਂ ਨੂੰ ਬੱਸਾਂ ਦੀ ਹਾਂ ਕਰ ਦਿਓ। ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਰੀਆਂ ਬੱਸਾਂ ਚੱਲ ਰਹੀਆਂ ਨੇ। ਔਰ ਕਿਸਾਨਾਂ ਨੇ ਸਾਨੂੰ ਇਹ ਵੀ ਕਿਹਾ ਵੀ ਪੈਸੇ ਲੈ ਲਓ। ਮੈਂ ਕਿਹਾ ਨਹੀਂ ਜੀ, ਸਾਨੂੰ ਉੱਤੋਂ ਸਾਡੀ ਐਸੋਸੀਏਸ਼ਨ ਵੱਲੋਂ ਹੁਕਮ ਨਹੀਂ ਹੈ, ਅਸੀਂ ਪੈਸਾ ਤੁਹਾਡੇ ਤੋਂ 1 ਰੁਪਇਆ ਨਹੀਂ ਚਾਰਜ ਕਰਨਾ। ਤੁਸੀਂ ਲਗਾਤਾਰ ਅਸੀਂ ਦੇਖਿਆ ਮੀਟਿੰਗਾਂ ਦੇ ਵਿੱਚ ਆਉਂਦੇ ਰਹੇ ਸੀਗੇ, ਪਰ ਅੱਜ ਸਾਨੂੰ ਫੋਨ ਕਰਕੇ ਮੈਨੂੰ ਬੁਲਾਉਣਾ ਪੈ ਰਿਹਾ ਵੀ ਤੁਹਾਡਾ ਆਪਾਂ ਜ਼ਰੂਰ ਪੱਖ ਜਾਣਨਾ ਚਾਹੁੰਦੇ ਹਾਂ, ਜ਼ਰੂਰ ਆਓ। ਅੱਜ ਮੀਟਿੰਗ 'ਚ ਕਿਉਂ ਨਹੀਂ ਦਿਸੇ ਜੀ ਤੁਸੀਂ? ਮੀਟਿੰਗ 'ਚ ਮੇਰਾ ਨਾਂ ਦਿਖਣ ਦਾ ਇਹ ਸੀਗਾ ਕਿ ਉਦੋਂ ਜਦੋਂ ਕਿਸੇ ਪੱਤਰਕਾਰ ਵੀਰ ਨੇ ਭਾਜੀ ਸਵਾਲ ਪੁੱਟ ਅਪ ਕੀਤਾ ਇਹਨਾਂ ਨੂੰ ਵੀ ਇਸ ਤਰ੍ਹਾਂ ਕਰਕੇ ਇੱਕ ਫੋਟੋ ਸੈਲਫੀ ਵਾਇਰਲ ਹੋਈ ਏ ਤੇ ਇੱਕ ਕਿਸਾਨ ਯੂਨੀਅਨ ਦੇ ਲੀਡਰ ਦਾ ਅੱਗੋਂ ਬਿਆਨ ਆਇਆ ਕਿ ਅਸੀਂ ਇਹੋ ਜਿਹੇ ਬੰਦੇ ਤੋਂ ਦੂਰ ਰਵਾਂਗੇ। ਤਾਂ ਉਹ ਮੇਰੇ ਮਨ ਤੇ ਦੁੱਖ ਲੱਗਾ। ਮੈਂ ਕਿਹਾ ਯਾਰ ਮੈਂ 3 ਤਰੀਕ ਦੀ, 6 ਤਰੀਕ ਦੀ, 9 ਤਰੀਕ ਦੀ ਮੀਟਿੰਗ, ਫਿਰ ਜਿੱਥੇ ਮੈਨੂੰ ਸੰਗਤ ਨੇ ਮੈਨੂੰ ਸੇਵਾ ਲਾਈ, ਮੈਂ ਸ਼ਾਹਜਹਾਂਪੁਰ ਬਾਰਡਰ ਤੇ ਵੀ 2 ਵਾਰੀ ਕਰਕੇ ਆਇਆ, ਸਿੰਘੂ ਬਾਰਡਰ ਤੇ ਮੈਂ ਲਗਾਤਾਰ ਜਾਂਦਾ ਰਿਹਾ, ਗਾਜੀਪੁਰ ਬਾਰਡਰ ਤੇ ਮੈਂ ਲਗਾਤਾਰ ਜਾਂਦਾ ਰਿਹਾ ਤੇ ਮੇਰਾ ਮਨ ਜਿਹਾ ਟੁੱਟ ਗਿਆ। ਲੇਕਿਨ ਬਾਅਦ ਵਿੱਚ ਉਦੋਂ ਬਾਅਦ ਜੋਗਿੰਦਰ ਯਾਦਵ ਜੀ ਨੇ ਉਹ ਕਲੀਅਰ ਵੀ ਕਰ ਦਿੱਤਾ ਸੀਗਾ ਕਿ ਉਹ ਇੱਕ ਟਰਾਂਸਪੋਰਟਰ ਵੀਰ ਹੈ, ਉਹਨੇ ਸਾਨੂੰ ਸਾਡੀ ਆ ਸੇਵਾ ਨਿਭਾ ਰਿਹਾ, ਉਹਦੀ ਸੈਲਫੀ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਤੇ ਨਾ ਹੀ ਸਾਨੂੰ ਉਹਦੇ ਨਾਲ ਕੋਈ ਮਿਲਾ ਲਿਆ, ਕਿਉਂਕਿ ਉਹਦੀ ਇੱਕ ਅਲੱਗ ਲੈਣ ਹੈ, ਇੱਕ ਕਿਸਾਨ ਦੀ ਫੋਟੋ ਨਹੀਂ ਹੈ, ਕਿਸਾਨ ਦੀ ਸੈਲਫੀ ਨਹੀਂ। ਉਸ ਦਿਨ ਮੈਂ ਪੱਗ ਵੀ ਅਚਾਨਕ ਹਰੀ ਬੰਨੀ ਹੋਈ ਸੀ ਤੇ ਜੈਕਟ ਮੈਨੂੰ ਕਿਸਾਨ ਦੀ ਮਿਲ ਗਈ। ਅਗਰ ਉਹ ਨਾ ਮਿਲਦੀ ਤਾਂ ਦੇਖੋ ਮੈਂ ਅੱਜ ਵੀ ਕੋਟ ਪੈਂਟ ਪਾਇਆ, ਮੈਂ ਕੋਟ ਪੈਂਟ ਹੀ ਪਾਉਣਾ ਜੀ, ਤੇ ਮੈਂ ਉਹ ਸਿਰਫ ਉਹ ਜੈਕਟ ਪਾਉਣਾ ਮੇਰੇ ਲਈ ਉਹ ਥੋੜ੍ਹਾ ਜਿਹਾ ਗਲਤ ਹੋ ਗਿਆ ਉਹ ਦਿਨ, ਨਹੀਂ ਤਾਂ ਸ਼ਾਇਦ ਮੈਂ ਕਿਸੇ ਪਾਸੇ ਕਿਸਾਨ ਲੱਗ ਨਹੀਂ ਸੀ ਰਿਹਾਗਾ। ਤੇ ਇਹੀ ਚੀਜ਼ ਹੋਈ ਹੈ। ਫਿਰ ਉਸ ਤੋਂ ਪਹਿਲਾਂ ਜਦੋਂ ਇੱਕ ਕਾਨਫਰੰਸ ਹੋ ਰਹੀ ਸੀ, ਜਦੋਂ 12 ਦਸੰਬਰ ਨੂੰ ਇੱਕ ਕਿਸਾਨ ਆਗੂ ਦੀ ਰਸਤੇ 'ਚ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਹੈ, ਬੁੰਗਾ ਪਿੰਡ ਅਜਨਾਲੇ ਦਾ ਸੀ, ਉਦੋਂ ਵੀ ਇੱਕ ਪੱਤਰਕਾਰ ਨੇ ਸਵਾਲ ਪੁੱਟ ਅਪ ਕੀਤਾ ਜਥੇਬੰਦੀਆਂ ਨੂੰ ਕਿ ਇਸ ਤਰ੍ਹਾਂ ਕਰਕੇ ਉਹਦੀ ਡੈਥ ਹੋ ਗਈ ਹੈ ਤੇ ਉਹਨਾਂ ਨੇ ਜਿਹੜਾ ਕਰਜ਼ਾ ਲੈ ਕੇ 60,000 ਰੁਪਇਆ ਆੜ੍ਹਤੀਏ ਤੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਸੀਗਾ। ਅਸੀਂ ਉਸ ਪ੍ਰੈਸ ਕਾਨਫਰੰਸ 'ਚ ਵੀ ਮੌਜੂਦ ਸੀਗੇ, ਸਾਨੂੰ ਬੜਾ ਦੁੱਖ ਲੱਗਾ। 29 ਦਸੰਬਰ ਨੂੰ ਤੁਸੀਂ ਆਪ ਦੇਖ ਲਓ, ਸਾਡੇ ਕੋਲ 20 ਦਸੰਬਰ ਦੇ ਕਰੀਬ ਗੱਲ ਆਈ ਹੈ ਤੇ 2-3 ਦਿਨ ਅਸੀਂ ਇੱਥੇ ਦਿੱਲੀ 'ਚ ਰਹੇ ਹਾਂ ਤੇ 29 ਤਰੀਕ ਨੂੰ ਅਸੀਂ ਸਾਡੀ ਪੰਜਾਬ ਦੀ ਪੂਰੀ ਇਕਾਈ ਯੂਨਿਟ ਅਸੀਂ ਜਾ ਕੇ ਕਿਸਾਨ ਦੇ ਘਰੇ 60,000 ਰੁਪਇਆ ਦੇ ਕੇ ਉਹਨਾਂ ਦਾ ਕਰਜ਼ਾ ਵੀ ਲਾ ਕੇ ਆਏ ਹਾਂ। ਤੇ ਫਿਰ ਭਾਜੀ ਅਸੀਂ ਗਦਾਰ ਕਿਵੇਂ ਹੋ ਸਕਦੇ, ਤੁਸੀਂ ਆਪ ਦੱਸੋ ਸਾਨੂੰ। ਸੋ ਭੁੱਲਰ ਸਾਹਿਬ ਲਗਾਤਾਰ ਇੱਥੇ ਵਿਚਰਦੇ ਨੇ, ਹਾਲਾਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਆਈਆਂ ਪੋਸਟਾਂ ਤੇ ਬਾਅਦ ਦੇ ਵਿੱਚ ਬਹੁਤ ਲੋਕਾਂ ਨੇ ਕਲੀਅਰ ਵੀ ਕੀਤਾ ਵੀ ਇੱਕ ਯਾਰ ਟਰਾਂਸਪੋਰਟਰ ਵੀਰ ਹੈ, ਇਸ ਤਰ੍ਹਾਂ ਨਾ ਕਰੋ। ਪਰ ਉਹਨਾਂ ਲੋਕਾਂ ਨੂੰ ਜ਼ਰੂਰ ਕਹਾਂਗੇ ਵੀ ਜਿਹੜੇ ਇੱਕਦਮ ਪੋਸਟ ਵਾਇਰਲ ਕਰਦੇ ਨੇ। ਹੁਣ ਮੈਂ ਤੁਹਾਨੂੰ ਇਹ ਜਾਣਨ ਦੇ ਲਈ ਵੀ ਜੇ ਤੁਸੀਂ ਸੱਚਮੁੱਚ ਕਿਸਾਨਾਂ ਦੇ ਨਾਲ ਖੜੇ ਹੋ ਤਾਂ ਫਿਰ ਇਹ ਸਰਕਾਰ ਦੀ ਰਣਨੀਤੀ ਨੂੰ ਜਾਂ ਸਰਕਾਰ ਦੀਆਂ ਇਸ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਤੁਸੀਂ? ਭਾਜੀ ਇਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਾਨੂੰ ਜ਼ਿਆਦਾ ਉਮੀਦ ਨਹੀਂ ਗੀ। ਮੈਂ ਤੁਹਾਨੂੰ ਕਲੀਅਰ ਕਰ ਦੇਵਾਂ, ਸਾਡੀ ਟਰੱਕਾਂ ਦੀ ਹੜਤਾਲ ਹੋਈ ਸੀ 2018 ਦੇ ਵਿੱਚ, ਉਦੋਂ ਵੀ ਇਹੀ ਮੰਤਰੀ ਵਿੱਚ ਬੈਠਾ ਸੀ, ਇਹਨਾਂ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੋਈ ਹੈ ਕਿ ਤੁਸੀਂ ਕਮੇਟੀ ਬਣਾ ਲਓ 5 ਮੈਂਬਰੀ, ਤੁਹਾਡੀਆਂ ਸਾਰੀਆਂ ਸਮੱਸਿਆ ਦੂਰ ਕਰ ਦੇਵਾਂਗੇ। 7 ਦਿਨ ਉਦੋਂ ਸਾਡੀ ਜਿਹੜੀ ਉਹ ਹੜਤਾਲ ਚੱਲੀ ਸੀਗੀ ਤੇ ਉਹ ਕਮੇਟੀ ਬਣਾ ਕੇ ਇਹੋ ਜਿਹਾ ਫਸਾਇਆ ਕਿ ਅੱਜ ਤੱਕ ਉਹ ਕਮੇਟੀ ਨੇ ਕੋਈ ਉਹਦਾ ਕੰਮ ਹੀ ਨਹੀਂ ਕੀਤਾ। ਹੁਣ ਵੀ ਕਮੇਟੀ ਬਣਾਉਣ ਨੂੰ ਕਹਿੰਦੇ ਸਾਨੂੰ ਇਹੀ ਇਹਨਾਂ ਨੂੰ ਕਿਸਾਨਾਂ ਨੂੰ ਦੱਸਿਆ ਜੀ ਵੀ ਕਮੇਟੀ 'ਚ ਕਿਤੇ ਸਹਿਮਤ ਨਾ ਹੋਇਆ ਜੇ। ਉਸ ਤੋਂ ਬਾਅਦ ਜਿਹੜੀ 9 ਸਤੰਬਰ 2018 ਨੂੰ ਸਾਡੀ ਮੰਗ ਉੱਠੀ ਸੀ ਮਜ਼ਦੂਰਾਂ ਨੂੰ, ਡਰਾਈਵਰਾਂ ਨੂੰ ਬੀਮੇ ਦੇਣ ਦੀ, ਤੇ ਉਹਦੇ ਵਿੱਚ ਵੀ ਇਹੀ ਮੰਤਰੀ ਜਿਹੜੇ ਪਿਊਸ਼ ਗੋਇਲ ਜੀ ਨੇ ਉਹਦੇ 'ਚ ਵੀ ਅਧਿਅਕਸ਼ ਨੇ, ਇਹਨਾਂ ਨੇ ਉਹ ਵੀ ਕਿਸੇ ਅੱਜ 2 ਸਾਲ ਹੋ ਗਏ ਉਹ ਵੀ ਕੋਈ ਗੱਲ ਸਿਰੇ ਨਹੀਂ ਲਾਈ। ਉਸ ਤੋਂ ਪਹਿਲਾਂ ਇੱਕ ਹੋਰ ਕਮੇਟੀ ਬੈਠੀ, 3 ਕਮੇਟੀਆਂ ਸਾਡੇ ਸਾਹਮਣੇ ਬਣੀਆਂ ਹੋਈਆਂ ਨੇ, ਜਿੰਦੇ ਵਿੱਚ ਕਮੇਟੀਆਂ ਦੇ ਵਿੱਚ ਭਾਜੀ ਇਹੋ ਜਿਹਾ ਲੋਲੀਪੌਪ ਦੇ ਕੇ ਛੱਡ ਦਿੰਦੇ ਨੇ, ਬਾਅਦ ਵਿੱਚ ਸਾਨੂੰ ਮਿਲਦਾ ਕੁਛ ਨਹੀਂ ਗਾ। ਤੇ ਅਸੀਂ ਜਿਹੜੀਆਂ ਫੋਟੋਆਂ ਨੇ ਬਾਰ-ਬਾਰ, ਹੁਣ ਜਿਵੇਂ ਕਿਸੇ ਨੇ ਮੇਰੀ ਅਮਿਤ ਸ਼ਾਹ ਦੇ ਨਾਲ ਫੋਟੋ ਕੱਢ ਲਈ, ਉਹ ਗ੍ਰਹਿ ਮੰਤਰੀ ਨੇ ਸਾਡੇ ਦੇਸ਼ ਦੇ, ਸਾਡੀ ਜਦੋਂ ਟੈਕਸੀ ਨੂੰ ਇੱਥੇ ਗੱਸਾਂ ਨੂੰ ਟੈਕਸੀਆਂ ਨੂੰ ਬੰਦ ਕੀਤਾ ਜਾਂਦਾ, ਅਸੀਂ ਉਹ ਸਮੱਸਿਆ ਨੂੰ ਲੈ ਕੇ ਉਹਨਾਂ ਕੋਲੇ ਗਏ ਸੀਗੇ ਵੀ ਸਾਡੀਆਂ ਟੈਕਸੀਆਂ ਦੇ ਨਾਲ ਬੜਾ ਨਜਾਇਜ਼ ਹੋ ਰਿਹਾ, ਏਡੇ ਚਲਾਨ ਅਸੀਂ ਨਹੀਂ ਭਰ ਸਕਦੇ, ਇਹਨਾਂ ਨੂੰ ਮਸਲਾ ਹੱਲ ਕਰਵਾਓ। ਅਸੀਂ ਉਹਨਾਂ ਕੋਲੇ ਗਏ, ਲੇਬਰ ਦਾ ਮਸਲਾ ਅਸੀਂ ਲੈ ਕੇ ਉਹੀ ਸੰਤੋਸ਼ ਕੁਮਾਰ ਗੰਗਵਾਰ ਜੀ ਨੇ, ਲੇਬਰ ਦੇ ਮੰਤਰੀ ਨੇ, ਉਹਨਾਂ ਕੋਲੇ ਲੈ ਕੇ ਗਏ ਔਨ ਪ੍ਰੂਫ। ਮੇਰੇ ਇੱਕ ਪੋਸਟ ਦੇ ਉੱਤੇ ਮੈਂ ਕਿਉਂ ਮਿਲਿਆ, ਕਿਸ ਤਰ੍ਹਾਂ ਮਿਲਿਆ, ਮੇਰੀ ਸਾਰਾ ਕੁਝ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਮੌਜੂਦ ਆ। ਉਸ ਤੋਂ ਬਾਅਦ ਨਿਤਿਨ ਗਡਕਰੀ ਕੋਲੇ ਵੀ ਮੈਂ ਗਿਆ ਆ, ਕਿਉਂਕਿ 1 ਨੇਸ਼ਨ 1 ਟੈਕਸ ਮੈਂ ਕਰਾਉਣਾ ਸੀ, ਪੂਰੇ ਦੇਸ਼ ਵਿੱਚ ਇੱਕੋ ਟੈਕਸ ਹੋਵੇ ਤਾਂ ਜੋ ਪਰਯਟਕਾਂ ਦੇ ਉੱਤੇ ਲੋਡ ਘੱਟ ਪਵੇ। ਉਹ ਚੀਜ਼ ਜਿਹੜੀ ਸਾਡੀ ਉਹ ਪਿਛਲੇ ਨਵੰਬਰ ਦੇ ਵਿੱਚ ਪੂਰੀ ਵੀ ਹੋਈ ਹੈ। ਸੈਲਰੀਆਂ ਬਾਈ ਚੈੱਕ ਨਾਲ ਮਿਲਣ, ਬੈਂਕ ਅਕਾਊਂਟ 'ਚ ਮਿਲਣ, ਮੈਂ ਉਹ ਆਵਾਜ਼ ਚੁੱਕੀ ਸੀ 2007 ਤੋਂ ਦਿੱਲੀ ਦੇ ਵਿੱਚ, ਉਹ ਵੀ ਮੇਰੀ ਪੂਰੀ ਹੋਈ ਹੈ। ਲੇਕਿਨ ਕਰਵਾਈ ਕਿਹਨਾਂ ਤੋਂ? ਇਹਨਾਂ ਤੋਂ। ਲੇਕਿਨ ਜਿਹੜੇ ਵੱਡੇ ਮੁੱਦੇ ਸੀ ਸਾਡੇ, ਅੱਜ ਉਹ ਵਾਅਦਾ ਖਿਲਾਫੀ 'ਚ ਫਸ ਗਏ ਨੇ। ਅਸੀਂ ਉਹੀ ਚੀਜ਼ ਨੂੰ ਲੈ ਕੇ ਕਿਉਂਕਿ ਸਾਡੀ ਟਰਾਂਸਪੋਰਟ ਲਾਈਨ ਜਿਹੜੀ ਪੂਰੀ ਕਾਰਪੋਰੇਟ ਘਰਾਣਿਆਂ ਦੇ ਵਿੱਚ ਜਾ ਚੁੱਕੀ ਹੈ ਤੇ ਅਸੀਂ ਅੱਜ ਸਾਨੂੰ ਪਹਿਲਾਂ ਜਦੋਂ ਸਾਡੀਆਂ ਉਹ ਐਪ ਬੇਸ ਕੰਪਨੀਆਂ ਦਿੱਲੀ 'ਚ ਆਈਆਂ ਸੀ, ਉਦੋਂ ਉਹਨਾਂ ਨੇ ਸਾਡੇ ਬੰਦਿਆਂ ਨੂੰ 16 ਰੁਪਏ ਕਿਲੋਮੀਟਰ ਦੇ ਕੇ ਗੱਡੀਆਂ ਪਵਾਤੀਆਂ। ਜਦੋਂ ਗੱਡੀਆਂ ਪੈ ਗਈਆਂ ਤੇ ਅੱਜ ਉਹ ਦੇ ਰਹੇ ਨੇ 4 ਰੁਪਏ 75 ਪੈਸੇ। ਪਿਛਲੇ ਕਈ ਦਿਨਾਂ 'ਚ ਕਿੰਨੇ ਡਰਾਈਵਰਾਂ ਨੇ ਖੁਦਕੁਸ਼ੀਆਂ ਕਰ ਲਈਆਂ, ਕੋਈ ਸਾਡਾ 35% ਕਮਿਸ਼ਨ ਕੱਟਿਆ ਜਾ ਰਿਹਾ, ਕੋਈ ਸਰਕਾਰ ਨੂੰ। ਮੈਂ ਉਹਦੇ ਅੰਦਰ ਵੀਡੀਓ ਇੱਕ ਹੋਰ ਵੀ ਮੇਰੀ ਕਿਸੇ ਨੇ ਬਣਾਈ ਸੀ, ਮੈਂ ਪੁੱਟ ਅਪ ਕੀਤਾ ਸੀ ਸਵਾਲ ਅੰਦਰ, ਮੈਂ ਕਿਹਾ ਜੀ ਤੁਸੀਂ ਉਹ ਯਾਦ ਹੈ ਤੁਹਾਨੂੰ ਕਿ ਤੁਸੀਂ ਕਹਿੰਦੇ ਸੀ ਇਹ ਸਾਰਾ ਸਿਸਟਮ ਵਧੀਆ ਬਣ ਜਾਏਗਾ, ਸਾਡੀ ਟੈਕਸੀ ਵਾਲੇ ਬਰਬਾਦ ਹੋ ਗਏ ਨੇ, ਦੱਸੋ ਤੁਸੀਂ ਇਹੀ ਚੀਜ਼ ਸਾਡੇ ਕਿਸਾਨਾਂ ਨਾਲ ਹੋਣੀ ਹੈ ਕਿ ਤੁਸੀਂ ਅੱਜ ਡਬਲ ਰੇਟ ਦੇ ਦਿਓਗੇ, 2 ਸਾਲ ਬਾਅਦ ਕਹੋਗੇ ਭਾਈ ਹੁਣ ਡਬਲ ਨਹੀਂ, ਅਸੀਂ ਤਾਂ ਅੱਧੇ ਤੋਂ ਵੀ ਅੱਧਾ ਦੇਵਾਂਗੇ, ਤੁਸੀਂ ਕਿਸਾਨ ਮਾਰ ਦਿਓ। ਕਿਸੇ ਵੀ ਹੱਦ ਤੱਕ ਮੋਦੀ ਜਾਂ ਉਹਨਾਂ ਦੇ
ਮੰਤਰੀ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ? ਬਿਲਕੁਲ ਨਹੀਂ ਜੀ, ਵਿਸ਼ਵਾਸ ਵਾਲੀ ਬਿਲਕੁਲ ਕੋਈ ਗੱਲ ਗਲਤ ਆ। ਮੈਂ ਕਲੀਅਰ ਕਹਿ ਰਿਹਾ, ਆਪਦਾ ਜਿਹੜਾ ਕੰਮ ਮੈਨੂੰ ਪਤਾ ਸਰਕਾਰ ਝੁਕੇਗੀ ਜੀ, ਬਹੁਤ ਜਨਤਾ ਦਾ ਸਾਥ ਮਿਲ ਚੁੱਕਿਆ ਔਰ ਇਹਨਾਂ ਨੂੰ ਝੁਕਣ ਦੇ ਵਿੱਚ ਹੀ ਭਲਾਈ ਹੈ। ਨਹੀਂ ਝੁਕਣਗੇ ਤੇ ਇਹ ਸਰਕਾਰ ਦਾ ਜਨ ਅੰਦੋਲਨ ਜਿਹੜਾ ਬਣਿਆ ਪਿਆ ਇਹਨਾਂ ਦੇ ਖਿਲਾਫ ਜਾਊਗਾ, ਨੁਕਸਾਨ 'ਚ ਜਾਊਗਾ। ਸੋ ਬਿਲਕੁਲ ਬਲਵੰਤ ਸਿੰਘ ਭੁੱਲਰ ਦੇ ਨਾਲ ਜਦੋਂ ਮੈਂ ਹੁਣ ਫੋਨ ਤੇ ਗੱਲ ਕਰਦੇ ਸੀ, ਮੈਂ ਇਹਨਾਂ ਨੂੰ ਕਿਹਾ ਬਾਈ ਜੀ ਆਓ ਜ਼ਰੂਰ, ਅਸੀਂ ਪੱਖ ਜਾਣਨਾ ਚਾਹੁੰਦੇ ਹਾਂ। ਤੇ ਇਹ ਕਹਿੰਦੇ ਬਾਈ ਜਿਹੜੀਆਂ ਜਥੇਬੰਦੀਆਂ ਕਰਕੇ ਮੈਂ ਅੰਦਰ ਮੀਟਿੰਗ ਦੇ ਵਿੱਚ ਸੀਗਾ, ਅੱਜ ਉਹਨਾਂ ਨੂੰ ਵੀ ਜੇ ਸਵਾਲ ਹੋਇਆ ਤਾਂ ਉਹ ਵੀ ਜੀ ਨਾਲ ਖੜੀਆਂ। ਤੇ ਇਹ ਲੋਕ ਤਾਂ ਪੰਜਾਬ ਤੁਰ ਜਾਣਗੇ ਪਰ ਦਿੱਲੀ ਦੇ ਵਿੱਚ ਸਾਨੂੰ ਦਿੱਕਤਾਂ ਆ ਰਹੀਆਂ, ਅਸੀਂ ਤਾਂ ਦਿੱਲੀ ਰਹਿਣਾ ਹੈ। ਫਿਰ ਸਾਡੇ ਜਿਹੜੇ ਕੇਸ ਪਾਏ ਜਾਣਗੇ ਸਰਕਾਰਾਂ ਦੇ ਵੱਲੋਂ, ਉਹ ਕੌਣ ਝੱਲੇਗਾ? ਇਸ ਕਰਕੇ ਮੈਂ ਠੀਕ ਹੈ, ਮੈਨੂੰ ਅੱਜ ਗਦਾਰ ਕਹਿਤਾ, ਮੈਂ ਦੂਰੀ ਬਣਾ ਲਈ ਹੈ। ਇਹ ਗੱਲ ਜਿਹੜੀ ਮੇਰੀ ਇਹਨਾਂ ਦੀ ਫੋਨ ਤੇ ਨਾਲ ਐਵੇਂ ਹੋਈ ਸੀ ਜੀ ਗੱਲ ਤਾਂ ਮੈਂ ਭਾਜੀ ਮੈਂ ਇਹ ਨਹੀਂ ਕਹੂੰਗਾ ਮੈਂ ਦੂਰੀ ਬਣਾ ਲਈ, ਮੈਂ ਮੂਵਮੈਂਟ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹਾਂ। ਮੀਟਿੰਗ ਤੋਂ ਜੀ ਮੀਟਿੰਗ ਤੋਂ ਸਰ, ਕਿਉਂਕਿ ਸਾਰੇ ਨਾ ਦੇਖੋ, ਸਾਰੇ ਮੀਡੀਆ ਵਾਲੇ ਮੈਨੂੰ ਬਾਰ-ਬਾਰ ਇੰਟਰਵਿਊ ਵਾਸਤੇ ਕਹਿ ਰਹੇ ਸੀਗੇ, ਤੇ ਜੇ ਮੈਂ ਸਾਰਿਆਂ ਨੂੰ ਇੰਟਰਵਿਊ ਦੇਣ ਲੱਗਾ ਤਾਂ ਫਿਰ ਲੋਕਾਂ ਨੇ ਮੈਨੂੰ ਕਹਿਣਾ ਯਾਰ ਇਹਨੇ ਪੋਲਿਟਿਕਸ ਦੇ ਵਿੱਚ ਆਉਣਾ ਹੋਣਾ। ਠੀਕ ਹੈ ਜੀ, ਪਰ ਅਸੀਂ ਪੋਲਿਟਿਕਸ ਦੇ ਵਿੱਚ ਸਾਡਾ ਜਾਣ ਦਾ ਕੋਈ ਮਨਸ਼ਾ ਹੀ ਹੈ ਨਹੀਂ। ਮੇਰੇ ਆਲਰੇਡੀ ਅਸੀਂ ਤਾਇਆ ਜੀ ਨੂੰ ਆਪਣੇ ਨੂੰ ਖੋਇਆ ਹੋਇਆ, ਉਹ 1979 ਤੋਂ 83 ਤੱਕ MLA ਰਹੇ ਨੇ। ਅਰਜਨ ਸਿੰਘ ਮਸਤਾਨਾ ਉਹਨਾਂ ਦਾ ਨਾਮ ਆ। ਤੇ ਸਾਡੇ ਪਰਿਵਾਰ ਦਾ ਦੂਰ ਤੱਕ ਭਾਜੀ ਕੋਈ ਲਿੰਕ ਨਹੀਂ ਹੈਗਾ ਪੋਲਿਟਿਕਸ ਦੇ ਨਾਲ, ਨਾ ਹੀ ਸਾਨੂੰ ਜਾਣਾ ਆ, ਨਾ ਹੀ ਸਾਡਾ ਕੋਈ ਇਹੋ ਜਿਹੀ ਕੋਈ ਮਨਸ਼ਾ ਹੈਗੀ ਹੈ। ਔਰ ਸਾਨੂੰ ਅੱਜ ਵੀ ਕਈ ਪਾਰਟੀਆਂ ਕਹਿੰਦੀਆਂ ਨੇ, ਕਿਉਂਕਿ ਮੈਂ ਇੱਥੇ ਯੂਨੀਅਨ ਲੀਡਰ। ਕੱਲ੍ਹ ਨੂੰ ਜੇ ਪੋਲਿਟਿਕਸ ਦੇ ਵਿੱਚ ਆ ਗਏ ਤੇ ਇਹ ਵਾਲੀ ਇੰਟਰਵਿਊ ਕਿਸੇ ਨੇ ਵਾਇਰਲ ਕਰਤੀ ਵੀ ਉਦੋਂ ਤਾਂ ਐਵੇਂ ਕਹਿੰਦੇ ਸੀ ਭੁੱਲਰ ਸਾਹਿਬ। ਭਾਜੀ ਮੇਰੀ ਗੱਲ ਸੁਣੋ, ਮੈਂ ਹੁਣ ਦੀ ਗੱਲ ਕਰ ਰਿਹਾ, ਮੈਂ ਅੱਗੇ ਦੀ ਫਿਊਚਰ ਦੀ ਗੱਲ ਨਹੀਂ ਕਰ ਰਿਹਾ ਹੈਗਾ। ਮੈਂ ਤੁਹਾਨੂੰ ਹੁਣ ਨਾਲੇ ਵੀ ਤਾਂ ਕਹਿ ਰਿਹਾ ਨਾ, ਮੈਨੂੰ ਤਾਂ ਬੜੀਆਂ ਪਾਰਟੀਆਂ ਕਹਿੰਦੀਆਂ ਨੇ ਭਾਈ ਯਾਰ ਆ ਚਲੋ, ਤੁਸੀਂ ਆ ਸਾਡੇ ਨਾਲ ਚਲੋ, ਤੁਰੋ, ਸਾਨੂੰ ਦਿੱਲੀ 'ਚ ਰਹਿੰਦੇ ਆ ਸਾਡੇ ਨਾਲ ਤਾਂ ਆਲਰੇਡੀ, ਪਰ ਅਸੀਂ ਅਜੇ ਤੱਕ ਕਿਸੇ ਦਾ ਠੱਪਾ ਲਗਵਾਇਆ ਨਹੀਂ ਤੇ ਨਾ ਹੀ ਰੱਬ ਸਾਨੂੰ ਜ਼ਰੂਰਤ ਪਾਵੇ, ਅਸੀਂ ਲਵਾਉਣਾ ਚਾਹੁੰਦੇ ਵੀ ਨਹੀਂਗੇ। ਹਾਂ, ਸਮਾਜ ਸੇਵਾ ਤੋਂ ਥੋੜ੍ਹਾ ਜਿਹਾ ਮਨ ਜਿਹਾ ਜ਼ਰੂਰ ਟੁੱਟਿਆ। ਮੈਂ ਕਿਹਾ ਯਾਰ ਇੱਥੇ ਉਹ ਕਹਿੰਦੇ ਨਾ ਨੇਕੀ ਕਰੋ ਤੇ ਖੂਜ ਪਾਓ, ਤੇ ਇਸ ਕਰਕੇ ਫਿਰ ਥੋੜ੍ਹੀ ਜਿਹੀ ਲਿਮਟਡ ਕਰ ਲਓ ਆਪਣੀ। ਅੱਜ ਵਾਪਸ ਆਪਦੇ ਕੋਟ ਪਿੰਡ 'ਚ ਆ ਗਏ ਆ ਅਸੀਂ। ਤਾਂ ਬਲਕਿ ਇਹ ਵੀ ਅੱਗੋਂ ਪਲਾਨ ਬਣਾ ਕੇ ਬੈਠੇ ਸੀਗੇ, ਸਾਡੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਮੈਂ ਕੁਲਤਰਨ ਸਿੰਘ ਅਟਵਾਲ ਕੈਨੇਡਾ 'ਚ ਬੈਠੇ ਹੋਏ ਨੇ ਲੋਕਡਾਊਨ ਦੇ ਟਾਈਮ ਤੋਂ ਹੀ। ਉਹਨਾਂ ਨੂੰ ਮੈਂ ਦਿੱਲੀ ਬੁਲਾਇਆ, ਮੈਂ ਕਿਹਾ ਅੱਗੇ ਆਪਣੀ ਚੱਕਾ ਜਾਮ ਜਿਹੜਾ ਸੀ 1 ਦਿਨ ਦਾ ਸੀਗਾ, ਹੁਣ ਆਪਾਂ 3-4 ਦਿਨ ਦਾ ਇਕੱਠਾ ਕਰਨਾ, ਤਾਂ ਜੋ ਆਪਣੀ ਜਿਹੜੀ ਪ੍ਰੋਬਲਮ ਹੈ ਉਹ ਵੀ ਦੂਰ ਕਰੀਏ, ਨਾਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਖੜੀਏ। ਉਹ 6-7 ਤਰੀਕ ਨੂੰ ਫਲੈਟ ਲੈ ਕੇ ਇੰਡੀਆ ਪਹੁੰਚ ਰਿਹਾ, ਕਿੰਨਾ ਵਾਸਤੇ? ਕਿਸਾਨਾਂ ਵਾਸਤੇ। ਹੋ ਸਕਦਾ ਵਿਚਾਰੇ ਬਿਜੀ ਹੋਣ, ਇਹਨਾਂ ਨੂੰ ਨਹੀਂ ਸਮਝ ਆਈ ਹੋਵੇ ਮੇਰੀ। ਮੈਨੂੰ ਕੋਈ ਦੁੱਖ ਨਹੀਂ ਹੈ, ਮੈਂ ਸਪੋਰਟ, ਮੈਂ ਕਹਿੰਦਾ ਮੈਂ ਬਾਹਰੋਂ ਚਾਹੁੰਦਾ, ਮੈਂ ਕੋਈ ਪੋਲੀਟੀਕਲ ਮੇਰਾ ਕੋਈ ਸਟੈਂਡ ਨਹੀਂ ਹੈਗਾ। ਮੈਂ ਇੱਕ ਸੋਸ਼ਲ ਵਰਕਰ ਹਾਂ ਜੀ, ਮੈਂ ਇੱਕ ਯੂਨੀਅਨ ਦਾ ਪ੍ਰਧਾਨ ਹਾਂ, ਤੇ ਮੈਂ ਇਹਨਾਂ ਦੇ ਸਾਹਮਣੇ ਬਟਨ ਨਹੀਂ ਪਾਉਣਾ ਚਾਹੁੰਦਾ, ਕਿਉਂਕਿ ਜਿੱਥੇ ਇੱਜ਼ਤ ਨਾ ਹੋਵੇ ਉੱਥੇ ਜਾਣਾ ਨਹੀਂ ਚਾਹੀਦਾ ਭਾਜੀ। ਜੇ ਇੱਜ਼ਤ ਮਾਨ ਨਾਲ ਬੁਲਾਉਣਗੇ ਤੇ ਜਾਵਾਂਗੇ ਵੀ, ਇਹੋ ਜਿਹੀ ਗੱਲ ਨਹੀਂ। ਤੇ ਬਾਕੀ ਮੈਂ ਨਹੀਂ ਚਾਹੁੰਦਾ ਕੋਈ ਮੈਨੂੰ ਹੋਰ ਮੀਡੀਆ ਵਾਲਾ ਸਵਾਲ ਪੁੱਛੇ। ਤੁਸੀਂ ਮੈਨੂੰ 2 ਵਾਰੀ ਫੋਨ ਕੀਤਾ, ਮੈਂ ਕਿਹਾ ਜੇ ਮੈਂ ਨਾ ਜਾਊਂਗਾ ਤਾਂ ਸ਼ਾਇਦ ਮੈਂ ਤੁਹਾਡੀ ਨਜ਼ਰ 'ਚ ਵੀ ਗਦਾਰੀ ਸਾਬਤ ਹੋਊਂਗਾ, ਸ਼ਾਇਦ ਬੰਦਾ ਕੋਈ ਲੁਕ ਰਿਹਾ ਭੱਜ ਰਿਹਾ। ਤਾਂ ਮੈਂ ਇਸ ਕਰਕੇ ਤੁਹਾਨੂੰ ਇੰਟਰਵਿਊ ਵਾਸਤੇ ਵੀ ਮੈਂ ਕਿਹਾ ਭਾਜੀ ਇੱਧਰ ਨੂੰ ਆ ਜਾਓ ਤੁਸੀਂ, ਮੈਂ ਉੱਥੇ ਜਾ ਕੇ ਇੰਟਰਵਿਊ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸਾਰੇ ਕੈਮਰੇ ਵਾਲੇ ਮੇਰੇ ਪਿੱਛੇ ਪੈ ਜਾਣੇ ਆ ਤੇ ਆਪਾਂ ਨੂੰ ਲੋੜ ਨਹੀਂ ਜਗ੍ਹਾ ਸਪਸ਼ਟੀਕਰਨ ਦੇਣ ਦੀ ਭਾਜੀ। ਮੈਂ ਆਪਣੇ ਪਰਿਵਾਰ ਨੂੰ ਸਪਸ਼ਟੀਕਰਨ ਦੇਣ ਦੇ ਉਹ ਮਾਇਨੇ ਰੱਖਦਾ, ਮੈਂ ਆਪਣੀ ਟਰਾਂਸਪੋਰਟ ਐਸੋਸੀਏਸ਼ਨ ਨੂੰ ਰੱਖਦਾ, ਆਪਣੀ ਡਰਾਈਵਰ ਯੂਨੀਅਨ ਨੂੰ ਰੱਖਦਾ, ਤੇ ਮੈਂ ਆਪਣੇ ਰੱਬ ਨੂੰ ਰੱਖਦਾ। ਇਸ ਤੋਂ ਇਲਾਵਾ ਮੈਂ ਕਿਸੇ ਨੂੰ ਸਪਸ਼ਟੀਕਰਨ ਨਹੀਂ ਦੇਣਾ ਚਾਹੁੰਦਾ ਭਾਜੀ। ਸੋ ਜ਼ਰੂਰ ਜੀ, ਇੱਕ ਵਾਰ ਜ਼ਰੂਰ ਦਿਖਾਇਆ ਜਾਵੇ ਉੱਧਰ ਮੀਟਿੰਗ ਜਿੱਥੇ ਹੋ ਰਹੀ ਹੈ, ਇੱਥੋਂ ਕੋਈ 500 ਮੀਟਰ ਦੇ ਕਰੀਬ ਹੈ, 500 ਤੋਂ ਵੀ ਥੋੜ੍ਹਾ ਜ਼ਿਆਦਾ ਹੀ ਹੋਏਗਾ। ਇਹਨਾਂ ਨੇ ਕਿਹਾ ਵੀ ਤੁਸੀਂ ਪਾਸੇ ਆ ਜਾਓ, ਸਾਈਡ 'ਤੇ ਆ ਜਾਓ, ਮੈਂ ਉੱਥੇ ਨਹੀਂ ਆਉਣਾ ਚਾਹੁੰਦਾ, ਮੈਨੂੰ ਮੀਡੀਆ ਵਾਲੇ ਘੇਰ ਲੈਣਗੇ। ਤੇ ਮੈਂ ਚਾਹੁੰਦਾ ਸੀ ਵੀ ਯਾਰ ਜੇ ਬੰਦਾ ਸੱਚਮੁੱਚ ਮਤਲਬ ਕਿ ਗਲਤ ਪੋਸਟ ਵਾਇਰਲ ਹੋਈ ਹੈ ਵੀ ਇਸ ਬਾਰੇ ਸਪਸ਼ਟੀਕਰਨ ਜ਼ਰੂਰ ਦੇਣਾ ਚਾਹੀਦਾ। ਜਿਹੜਾ ਵੀ ਬੰਦਾ ਕਿਸਾਨਾਂ ਦੀ ਹਮਾਇਤ ਕਰਦਾ, ਸਮਰਥਨ ਕਰਦਾ, ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਪੇਸ਼ ਆ ਰਹੀਆਂ। ਤੁਹਾਨੂੰ ਤਾਂ ਨਹੀਂ ਅਜੇ ਤੱਕ ਕੋਈ ਆਈ, ਤੁਸੀਂ ਪ੍ਰਧਾਨ ਵੀ ਹੋ ਟਰਾਂਸਪੋਰਟ? ਨਹੀਂ ਜੀ, ਆ ਰਹੀਆਂ ਨੇ, ਪਰ ਮੈਂ ਬੋਲ ਕੇ ਨਾ ਆਪਣਾ ਤੇ ਉਹਨਾਂ ਦਾ ਮਨੋਬਲ ਨਹੀਂ ਕਰਾਉਣਾ ਚਾਹੁੰਦਾ, ਤੇ ਮੈਂ ਨਾ ਹੀ ਕੋਈ ਇਹੋ ਜਿਹੀ ਗੱਲ ਬੋਲ ਕੇ ਮੀਡੀਆ ਦੇ ਵਿੱਚ। ਮੈਂ ਨਹੀਂ ਚਾਹੁੰਦਾ ਇਸ ਟਾਈਮ ਸਾਡਾ ਖੁਦ ਦਾ ਫੋਕਸ ਭਾਜੀ ਪੂਰੀ ਤਰ੍ਹਾਂ ਕਿਸਾਨ ਮੂਵਮੈਂਟ 'ਤੇ ਲੱਗਾ ਹੋਇਆ। ਮੈਂ ਬਿਲਕੁਲ ਵੀ ਇਹੋ ਜਿਹੀ ਕੋਈ ਛੋਟੀ ਗੱਲ ਕਰਕੇ ਜਾਂ ਕਿਸੇ ਹੋਰ ਨੂੰ ਗੱਲ ਕਰਕੇ ਕਿਸੇ ਮੂਵਮੈਂਟ ਦੇ ਵਿੱਚ, ਉਹ ਕਹਿੰਦੇ ਨਾ ਛੋਟੀ ਜਿਹੀ ਵੀ ਸਰਾਖ ਹੋ ਜਾਵੇ, ਮੋਰੀ ਹੋ ਜਾਵੇ, ਤੇ ਪੂਰੀ ਲਹਿਰ ਬਣ ਜਾਂਦੀ ਹੈ, ਨਹਿਰ ਟੁੱਟ ਜਾਂਦੀ ਹੈ। ਤੇ ਅਸੀਂ ਛੋਟੀ ਚੀਜ਼ਾਂ ਨੁਕਸਾਨ ਭਾਜੀ ਬਾਅਦ ਦੀਆਂ ਗੱਲਾਂ ਨੇ। ਕੋਈ ਕਰ ਵੀ ਲੈ ਗਿਆ ਤਾਂ ਕਿੰਨਾ ਕੁ ਫਰਕ ਪੈ ਜਾਏਗਾ? ਕੋਈ ਨਹੀਂ, ਜ਼ਿੰਦਗੀ ਤਾਂ ਮਿਲ ਹੀ ਚੁੱਕੀ ਹੈ, ਮਰਨਾ ਤਾਂ ਹੈ ਹੀ ਇੱਕ ਨਾ ਇੱਕ ਦਿਨ। ਤੇ ਉਹ ਜੇ ਕਿਸੇ ਹੱਥੋਂ ਮਰ ਜਾਂਗੇ ਜਾਂ ਆਪਣੀ ਮੌਤ ਮਰ ਜਾਂਗੇ ਤਾਂ ਫਰਕ ਤਾਂ ਆਉਣੀ ਤਾਂ ਮੌਤ ਹੀ ਹੈ ਨਾ, ਕੋਈ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਹੈਗਾ। ਮੁਸ਼ਕਲਾਂ ਅਸੀਂ ਆਪਦੀਆਂ ਆਪ ਝੱਲਾਂਗੇ, ਸਾਨੂੰ ਕੋਈ ਦਿੱਕਤ ਨਹੀਂ, ਪਰ ਅਸੀਂ ਨਹੀਂ ਚਾਹੁੰਦੇ ਜਿਸ ਤਰ੍ਹਾਂ ਸਾਡਾ ਟਰਾਂਸਪੋਰਟ ਸੈਕਟਰ ਬਰਬਾਦ ਹੋਇਆ ਕਾਰਪੋਰੇਟ ਘਰਾਣਿਆਂ ਦੇ ਵਿੱਚ ਜਾ ਕੇ, ਸਾਡੇ ਕਿਸਾਨ ਜਾਣ, ਸਾਡੇ ਖੇਤ ਜਾਣ। ਕਿਉਂਕਿ ਮੈਂ ਟਰਾਂਸਪੋਰਟਰ ਤੋਂ ਪਹਿਲਾਂ ਇੱਕ ਡਰਾਈਵਰ ਯੂਨੀਅਨ ਦਾ ਪ੍ਰਧਾਨ। ਕਾਰਪੋਰੇਟ ਘਰਾਣੇ 'ਚ ਜਾ ਕੇ ਇਹ ਸੈਕਟਰ ਵੀ ਬਰਬਾਦ ਹੋਇਆ ਜੀ, ਦੱਸਿਓ ਵੀ। ਬਿਲਕੁਲ ਜੀ, ਕਿਵੇਂ? ਤੁਹਾਨੂੰ ਮੈਂ ਦੱਸਿਆ ਨਾ ਪਹਿਲਾਂ, ਜਿਵੇਂ ਸਾਡੇ ਓਲਾ ਉਬਰ ਜਦੋਂ ਆਈਆਂ, ਉਹਨਾਂ ਨੇ 16 ਕਿਲੋਮੀਟਰ ਦੇ ਕੇ ਸਾਨੂੰ ਗੱਡੀਆਂ ਪਵਾਤੀਆਂ। ਜਦੋਂ ਡਰਾਈਵਰਾਂ ਨੇ ਗੱਡੀਆਂ ਪਾ ਲਈਆਂ, ਜਦੋਂ ਦਿੱਲੀ ਦੇ ਵਿੱਚ 4,80,000 ਦੇ ਕਰੀਬ ਗੱਡੀ ਪੈ ਗਈ ਦਿੱਲੀ NCR ਦੇ ਵਿੱਚ, ਤੇ ਅੱਜ ਉਹਨਾਂ ਨੇ ਰੇਟ ਕਰਤਾ 4 ਰੁਪਏ 75 ਪੈਸੇ। ਠੀਕ ਹੈ ਜੀ, ਮਰ ਗਏ ਨਾ ਹੁਣ ਲੋਕ। ਉੱਤੋਂ 35% ਕਮਿਸ਼ਨ ਆ।
ਅੱਜ ਡਰਾਈਵਰ ਖੁਦਕੁਸ਼ੀਆਂ ਕਰ ਰਹੇ, ਸਾਰਾ ਦਿਨ ਵਿਚਾਰੇ 18 ਘੰਟੇ ਕੰਮ ਕਰਦੇ ਆ ਆਪਣੀ ਗੱਡੀ ਦੇ। ਬਿਲਕੁਲ ਇਸੇ ਤਰ੍ਹਾਂ ਫਿਰ ਜ਼ਮੀਨਾਂ ਦਾ ਕਰ ਰਹੇ ਜਾਂ ਖੇਤੀਬਾੜੀ ਹੈ ਨਾ ਜੀ। ਇਹੀ ਕੁਝ ਹੋਣਾ ਭਾਜੀ। ਹੁਣ ਇਹ ਰੇਟ ਤੁਹਾਨੂੰ ਦੇ ਦੇਣਗੇ ਆਪਣੇ ਭੋਲੇ ਭਾਲੇ ਕਿਸਾਨਾਂ ਨੂੰ। ਇਹ ਤਾਂ ਸਮਝਦਾਰ ਆ, ਮੈਂ ਕਹਿੰਦਾ ਇਹਨਾਂ ਨੂੰ ਸਲੂਟ ਹੈ, ਇਹਨਾਂ ਨੇ ਸਮਝ ਲਿਆ ਵੀ ਪਹਿਲਾਂ ਸਾਡੇ ਨਾਲ ਹੋਣਾ ਕੀ ਹੈ। ਇਹਨਾਂ ਨੂੰ ਸ਼ਾਇਦ ਪਤਾ ਨਹੀਂ ਕਿਹੜੇ ਚੰਗੇ ਬੰਦੇ ਨੇ ਆਈਡੀਆ ਦੇਤਾ, ਇਹ ਖੜੇ ਹੋ ਗਏ। ਤੇ ਧੰਨਵਾਦ ਹੈ ਪੰਜਾਬ ਦਾ ਜਿਹਨੇ ਅੱਗੇ ਲੀਡ ਕੀਤੀ ਹੈ, ਧੰਨਵਾਦ ਹਰਿਆਣੇ ਦਾ, ਧੰਨਵਾਦ ਦੂਜੀਆਂ ਸਟੇਟਾਂ ਦੇ ਜਿਹੜੇ ਬਾਹਰ ਨਿਕਲੇ ਆ। ਤੇ ਅੱਜ ਉਹ ਅਗਰ ਉਹ ਜਿਹੜੀਆਂ ਉਹ ਕੰਪਨੀਆਂ ਨੇ ਅੱਜ 4 ਰੁਪਏ 75 ਪੈਸੇ ਸਾਨੂੰ ਦੇ ਰਹੀਆਂ ਨੇ। ਮੈਂ ਮੰਤਰੀ ਨੂੰ ਉਧਰ ਵੀ ਅੰਦਰ ਗੱਲ ਕਹੀ, ਤੁਸੀਂ ਕੀ ਪਾਲਿਸੀ ਬਣਾਤੀ ਉਹਨਾਂ ਦੇ? ਕਲਾਇੰਟ ਤੋਂ ਉਹਨਾਂ ਹੀ ਚਾਰਜ ਕੀਤਾ ਜਾ ਰਿਹਾ, ਕਲਾਇੰਟ ਤੋਂ ਘੱਟ ਨਹੀਂ ਕੀਤਾ ਜਾ ਰਿਹਾ। ਤੇ ਇਹੀ ਚੀਜ਼ ਸਾਡੇ ਖੇਤਾਂ 'ਚ ਹੋਣੀ ਹੈ। ਸਾਨੂੰ 2 ਰੁਪਏ ਦੀ ਗੋਭੀ ਅੱਜ ਵੀ ਕਈ ਬੰਦੇ ਵੀਡੀਓ ਤੇ ਵਿਖਾਉਂਦੇ ਆ, ਤੇ ਉਹਦਾ 300 ਰੁਪਏ ਵੈਲਿਊ ਰੇਟ ਹੋਣਾ। ਇਹ ਬਿੱਲਾਂ ਨੇ ਘੱਟੋ ਘੱਟ 80 ਕਰੋੜ ਜਨਤਾ ਨੂੰ ਇਫੈਕਟ ਕਰਨਾ ਆ। ਤੇ ਅਸੀਂ ਇੱਥੇ ਦਿੱਲੀ ਤੋਂ ਪਹਿਲਾਂ ਅਸੀਂ ਪੰਜਾਬ ਤੋਂ ਆ ਜੀ, ਪੰਜਾਬ ਤੋਂ ਪਹਿਲਾਂ ਅਸੀਂ ਕਿਸਾਨ ਆ, ਕਿਸਾਨ ਦੇ ਅਸੀਂ ਪੁੱਤਰ ਆ। ਪੰਜਾਬ ਕਿੱਥੋਂ ਜੀ ਤੁਸੀਂ? ਮੈਂ ਪੰਜਾਬ ਮੋਗਾ ਡਿਸਟ੍ਰਿਕਟ ਤੋਂ ਆ ਜੀ। ਤੇ ਮੈਂ ਉੱਥੋਂ ਇੱਥੇ ਕਿੰਨੀ ਦੇਰ ਤੋਂ ਜੀ ਤੁਸੀਂ ਦਿੱਲੀ? ਮੈਂ 99 ਦੇ ਵਿੱਚ ਭਾਜੀ ਦਿੱਲੀ ਆਇਆ ਸੀਗਾ, ਤੇ ਅੱਜ ਮੈਨੂੰ ਲਗਭਗ 19 ਤੋਂ 20 ਸਾਲ ਹੋ ਗਏ ਮੈਂ ਦਿੱਲੀ ਦੇ ਵਿੱਚ ਹੀ ਆ। ਤੇ ਰੱਜ ਕੇ ਇੱਥੇ ਲੋਕਾਂ ਦੀ ਆਵਾਜ਼ ਚੁੱਕੀ ਹੈ ਸਰਕਾਰਾਂ ਦੇ ਖਿਲਾਫ। ਇਹਦਾ ਹੁਣ ਪਹਿਲੀ ਵਾਰ ਪ੍ਰੋਟੈਸਟ ਕਰ ਰਹੇ ਆ, ਅਸੀਂ ਤਾਂ ਆਲਰੇਡੀ 2 ਵਾਰੀ ਕਰ ਵੀ ਚੁੱਕੇ ਆ। ਜੇ ਇਹਨਾਂ ਕੋਲੇ ਅਸੀਂ ਗੁਲਦਸਤੇ ਲੈ ਕੇ ਗਏ ਆ ਤੇ ਇਹਨਾਂ ਦੇ ਖਿਲਾਫ ਅਸੀਂ ਧਰਨੇ ਵੀ ਦਿੱਤੇ ਹੋਏ ਨੇ। ਤੁਸੀਂ ਧਰਨੇ ਵਾਲੀਆਂ ਵੀ ਮੇਰੀਆਂ ਫੋਟੋਆਂ ਕੱਢ ਲਓ। ਸੋ ਆਹ ਸਾਰੀਆਂ ਚੀਜ਼ਾਂ ਨੇ ਇੱਕ ਬਸ ਸਰਟੀਫਿਕੇਟ ਦੇ ਦਿੱਤਾ, ਉਹ ਮਨ ਨੂੰ ਠੇਸ ਪਹੁੰਚਾਉਂਦਾ। ਇਸ ਕਰਕੇ ਅਸੀਂ ਕਿਹਾ ਵੀ ਚਲੋ ਕੋਈ ਨਹੀਂ, ਜਥੇਬੰਦੀਆਂ ਜੇ ਬਿਜੀ ਨੇ ਕਿਤੇ, ਇਹਨਾਂ ਨੂੰ ਪਹਿਲਾਂ ਆਪਦੀ ਜੰਗ ਜਿੱਤ ਲੈਣ ਦਿਓ। ਉਹ ਜੰਗ ਦੇ ਵਿੱਚ ਅਸੀਂ ਤਾਂ ਇੱਕ ਚਿੜੀ ਵਾਲਾ ਰੋਲ ਨਿਭਾ ਰਹੇ ਹਾਂ। ਜਦੋਂ ਕਹਿੰਦੇ ਨਾ ਜੰਗਲ ਨੂੰ ਅੱਗ ਲੱਗੀ ਹੁੰਦੀ ਹੈ ਤੇ ਉਹ ਇੱਕ ਚੁੰਝ ਨਾਲ ਵੀ ਪਾਣੀ ਪਾਉਂਦੀ ਹੈ, ਤੇ ਅਸੀਂ ਇੱਕ ਛੋਟੀ ਜਿਹੀ ਇੱਥੇ ਸਾਨੂੰ ਜੋ ਜ਼ਿੰਮੇਵਾਰੀ ਲੱਗੀ ਸੀ ਅਸੀਂ ਉਹੀ ਨਿਭਾ ਰਹੇ ਹਾਂ। ਇਹ ਗੱਲ ਪੱਕੀ ਪੂਰੇ ਦਾਅਵੇ ਦੇ ਨਾਲ ਕਹਿੰਦੇ ਹੋ 100% ਵੀ ਤੁਹਾਡਾ ਕਿਸੇ ਵੀ ਤਰ੍ਹਾਂ ਦੇ ਨਾਲ ਕਦੇ ਵੀ ਕਿਸੇ ਬੀਜੇਪੀ ਪਾਰਟੀ ਦੇ ਨਾਲ ਜਾਂ ਕਿਸੇ ਦੇ ਨਾਲ RSS ਦੇ ਨਾਲ ਲਿੰਕ ਨਹੀਂ ਹੋਊਗਾ? ਭਾਜੀ ਮੇਰਾ ਲਿੰਕ ਹੈ ਹੀ ਨਹੀਂਗਾ, ਮੈਨੂੰ ਲਿੰਕ ਦੀ ਜ਼ਰੂਰਤ ਹੀ ਨਹੀਂ ਹੈ। ਨਾ ਅਸੀਂ ਇਹਨਾਂ ਦੇ ਨਾਲ ਕੋਈ ਕੰਮ ਕੀਤਾ ਆ, ਨਾ ਇਹਨਾਂ ਦੀ ਸਾਡੇ। ਤੁਸੀਂ ਫੇਸਬੁੱਕ ਤੇ ਤਾਂ ਲਿਖਿਆ ਹੁੰਦਾ ਨਾ ਬੰਦੇ ਨੇ ਕੀ ਲਿਖਿਆ। ਮੈਂ ਕਿਤੇ ਲਿਖਿਆ ਕਿ ਮੈਂ ਬੀਜੇਪੀ ਦਾ ਪ੍ਰਧਾਨ ਆ ਜਾਂ ਸਕੱਤਰ ਆ ਜਾਂ ਸੈਕਟਰੀ ਆ ਜਾਂ ਮੈਂ ਫਲਾਣੇ ਦਾ ਉਹ ਆ ਜਾਂ ਮੈਂ ਕਾਂਗਰਸ ਦਾ RSS ਦੇ ਕੈਂਪਾਂ ਤੋਂ ਆਉਂਦੀਆਂ ਨੇ ਫੋਟੋਆਂ ਕਿਤੇ ਤੁਹਾਡੀ ਐਵੇਂ ਦੇ ਕੋਈ? ਭਾਜੀ RSS ਦੇ ਕੈਂਪ ਤੋਂ ਫੋਟੋ ਕੋਈ ਕੱਢ ਦਵੇ ਤੇ ਭਾਜੀ ਲੱਖ ਲਾਣ ਤੇ ਫਿਰ ਸਾਡੀ ਪੱਗ ਤੇ ਲੱਖ ਲਾਣ ਤੇ ਫਿਰ ਸਾਡੀ ਜ਼ਿੰਦਗੀ ਤੇ ਕਿੰਦਾ ਨਾਂ ਲੈਣ ਦੇ ਭਾਜੀ। ਉਹਨੂੰ ਤਾਂ ਵੈਸੇ ਨਹੀਂ ਪਸੰਦ ਕਰਦੇ, ਸਿੱਧੀ ਜੀ ਗੱਲ ਹੈ, ਮੁੱਕ ਦੀ ਗੱਲ ਇਹ ਆ। ਸੋ ਇਹ ਸੀ ਬਲਵੰਤ ਸਿੰਘ ਜੀ ਭੁੱਲਰ, ਜਿਨ੍ਹਾਂ ਦੀ ਪਿਛਲੇ ਸਮੇਂ ਫੋਟੋ ਵਾਇਰਲ ਹੋ ਜਾਂਦੀ ਹੈ ਤੇ ਉਸੇ ਤੋਂ ਨਿਰਾਸ਼ ਹੋ ਕੇ ਇੱਥੇ ਮੀਟਿੰਗ ਦੇ ਵਿੱਚ ਵੀ ਨਹੀਂ ਆਉਂਦੇ, ਜਾਂ ਇਹ ਠੀਕ ਸਮਝਿਆ ਵੀ ਠੀਕ ਹੈ ਜੇ ਕਹਿੰਦੇ ਨੇ ਤਾਂ ਕਿਸੇ ਤਰ੍ਹਾਂ ਨਾਲ ਇਹਨਾਂ ਕਿਸਾਨਾਂ ਦੇ ਇਸ ਮੋਰਚੇ ਨੂੰ ਢਾਹ ਨਹੀਂ ਲੱਗਣੀ ਚਾਹੀਦੀ, ਜਾਂ ਫਿਰ ਮੇਰੀ ਇਨਵੋਲਵਮੈਂਟ ਦੇ ਨਾਲ ਕੋਈ ਮੂਵਮੈਂਟ ਦੇ ਵਿੱਚ ਫਰਕ ਪੈਂਦਾ ਤਾਂ ਨਹੀਂ ਹੋਣੀ ਚਾਹੀਦੀ। ਉਹ ਸਮਝਦਾਰੀ ਦਿਖਾਉਂਦੇ ਨਹੀਂ ਆਏ, ਪਰ ਅਸੀਂ ਪੱਖ ਜਾਣਨ ਦੇ ਲਈ ਇੱਥੇ ਬੁਲਾਏ ਸੀਗੇ ਤੇ ਸਾਨੂੰ ਵੀ ਉਹਨਾਂ ਨੇ ਸਾਈਡ ਹੋ ਕੇ ਸਮਾਂ ਦਿੱਤਾ ਤੇ ਆਪਣਾ ਪੱਖ ਰੱਖਿਆ ਇਸ ਪੱਖ। ਜੀ ਭਾਜੀ ਇੱਕ ਮੈਂ ਹੋਰ ਚੀਜ਼ ਕਲੀਅਰ ਕਰਨਾ, ਮੇਰੇ ਬਹੁਤ ਸਾਰੇ ਨੈਟਵਰਕ NRI ਵੀਰਾਂ ਦੇ ਨਾਲ ਆ। ਜਦੋਂ ਦਿੱਲੀ ਆਉਂਦੇ ਨੇ ਟੈਕਸੀਆਂ ਲੈਂਦੇ ਨੇ ਮੇਰੇ ਜਰ ਤੋਂ, ਜਾਂ ਮੈਨੂੰ ਹੋਰ ਵੀ ਸੇਵਾਵਾਂ ਕਹਿ ਦਿੰਦੇ ਕਿ ਫਲਾਣੀ ਜਗ੍ਹਾ ਸਾਡੀ ਚੀਜ਼ ਅਸੀਂ ਆ ਭੇਜ ਰਹੇ ਹਾਂ, ਉੱਥੇ ਭਿਜਵਾ ਦਿਓ। ਮੈਂ ਸੇਵਾ ਤੋਂ ਨਹੀਂ ਭੱਜਿਆ ਜੀ, ਨਾ ਮੈਂ ਭੱਜੂੰਗਾ। ਜੋ ਸੇਵਾਵਾਂ ਮੇਰੀਆਂ NRI ਵੀਰਾਂ ਵਾਸਤੇ ਜਾਰੀ ਨੇ ਦਿੱਲੀ ਦੇ ਵਿੱਚ, ਉਹ ਜਾਰੀ ਰਹਿਣਗੀਆਂ। ਜੋ ਮੈਂ ਸਪੋਰਟ ਕਿਸਾਨ ਜਥੇਬੰਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਚੱਕਾ ਜਾਮ ਦਾ ਜਾਂ ਧਰਨੇ ਦਾ ਪ੍ਰਦਰਸ਼ਨ ਦਾ ਕੋਈ ਦੇਣਾ, ਬਲਕਿ ਆਲਰੇਡੀ ਇਹਨਾਂ ਨੇ ਟਰੈਕਟਰ ਮਾਰਚ ਕੱਢਣਾ ਸੀ ਤੇ ਸਾਡੀ ਪਲਾਨਿੰਗ ਸੀਗੀ ਅਸੀਂ ਇੱਥੇ ਟੈਕਸੀ ਮਾਰਚ ਕੱਢਣਾ ਸੀ। ਉਸ ਦਿਨ ਸਾਡੀ ਇਹ ਪਲਾਨਿੰਗ ਚੱਲ ਰਹੀ ਸੀਗੀ ਵੀ ਇਹ ਟਰੈਕਟਰ ਮਾਰਚ ਕੱਢਣਗੇ ਤੇ ਦਿੱਲੀ 'ਚ ਟੈਕਸੀ ਮਾਰਚ ਨਿਕਲੇਗਾ, ਪਰ ਉੱਥੋਂ ਤੱਕ ਅਸੀਂ ਜਾ ਹੀ ਨਹੀਂ ਪਾਏਗੇ ਤੇ ਕੋਈ ਗੱਲਬਾਤ ਹੀ ਨਹੀਂ ਕੀਤੀ। ਇਸ ਕਰਕੇ ਫਿਰ ਉਹ ਥੋੜ੍ਹੀਆਂ ਚੀਜ਼ਾਂ ਹੁਣ ਬੈਠ ਕੇ ਵਿਚਾਰਾਂਗੇ ਜਦੋਂ ਕਿਤੇ ਹੁਣ ਇਹ ਪਹਿਲ ਕਰਨਗੇ। ਇਹ ਟੈਕਸੀ ਮਾਰਚ ਅਲੱਗ ਤੋਂ ਕੱਢਣਾ ਸੀ ਕਿ ਇਹ ਕਿਸਾਨਾਂ ਦੇ ਉਹਨੂੰ ਇਫੈਕਟ ਤਾਂ ਨਹੀਂ ਤਾਂ ਕਰਨੇ, ਜਾਂ ਫਿਰ ਵਿੱਚ ਹੀ ਮਤਲਬ? ਨਹੀਂ ਅਸੀਂ ਉੱਥੇ ਬਾਰਡਰ 'ਤੇ ਹੀ ਲੈ ਜਾਣੀਆਂ ਸੀ ਟੈਕਸੀਆਂ, ਜਿੱਥੇ ਟਰੈਕਟਰ ਚੱਲ ਰਹੇ ਹੁੰਦੇ ਉੱਥੇ ਮਗਰ ਟੈਕਸੀਆਂ ਲਾ ਦੇਣੀਆਂ ਸੀ, ਮਗਰ ਹੀ ਅਸੀਂ ਬੱਸਾਂ ਲਾ ਦੇਣੀਆਂ, ਮਗਰ ਹੀ ਟਰੱਕ ਲਾ ਦੇਣੇ ਸੀਗੇ। ਤੇ ਅਸੀਂ ਤਾਂ ਉਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਸ਼ਾਮਲ ਹੋ ਜਾਣਾ ਹੈਗਾ ਵੀ ਜੇ ਤੁਸੀਂ ਡਟੇ ਹੋਏ ਤਾਂ ਬਰਾਬਰ ਅਸੀਂ ਤੁਹਾਡੇ ਨਾਲ ਡਟੇ ਹੋਏ ਆ। ਮਤਲਬ ਕਿ ਉੱਥੋਂ ਫਿਰ ਮੋਰਚੇ ਤੋਂ ਕਹਿ ਕੇ ਤੁਰਦੇ ਨਾ ਜਥੇਬੰਦੀਆਂ ਕਹਿੰਦੀਆਂ ਵੀ ਸਾਡੇ ਨਾਲ ਟੈਕਸੀ ਵਾਲੇ ਵੀ ਆ ਗਏ, ਕਿਤੇ ਤੁਸੀਂ ਇੱਥੋਂ ਕਰ ਦਿੰਦੇ ਤੇ ਉਹ ਨਾ ਉਹ ਨਹੀਂ ਕੰਮ ਕਰਨਾ ਸੀ। ਸਟੇਜ ਤੇ ਜਾਣਾ ਸੀ, ਪ੍ਰੋਪਰ ਲੌਸਮੈਂਟ ਹੋਣੀ ਸੀ। ਪਹਿਲਾਂ ਸਾਡਾ ਲਿਖਤ ਵਿੱਚ ਸਮਰਥਨ ਜਾਂਦਾ ਆ, ਅਸੀਂ ਹਰ ਚੀਜ਼ ਨੂੰ ਕਾਨੂੰਨੀ ਤਰੀਕੇ ਕਰਦੇ ਭਾਜੀ। ਪਹਿਲਾਂ ਲਿਖਤ ਵਿੱਚ ਸਮਰਥਨ ਕਰਨਾ ਸੀਗਾ, ਜੇ ਇਹ ਕਹਿ ਦਿੰਦੇ ਸਾਨੂੰ ਹਾਂ ਬਿਲਕੁਲ ਓਕੇ ਆ ਤੇ ਫਿਰ ਅਸੀਂ ਕਰਨਾ ਸੀ। ਇਹ ਅਸੀਂ ਸੋਚਿਆ ਸੀਗਾ, ਮਤਲਬ ਅਜੇ ਉੱਥੋਂ ਤੱਕ ਅਸੀਂ ਪਹੁੰਚਦੇ ਕਿ ਨਹੀਂ ਪਹੁੰਚਦੇ, ਅੰਦੋਲਨ ਦੇ ਨਾਲ ਆ, ਸਪੋਰਟ ਦੇ ਨਾਲ ਆ। ਔਰ ਜਿੰਨਾ ਚਿਰ ਇਹ ਲੜਾਈ ਨਹੀਂ ਜਿੱਤਦੇ, ਜਿੱਥੇ ਕੀ ਜ਼ਰੂਰਤ ਪਏਗੀ, ਕਿੱਥੇ ਵੀ ਜੋ ਡਿਊਟੀ ਲੱਗੇਗੀ ਉਹ ਨਿਭਾਵਾਂਗੇ, ਤਨ ਦੇ ਨਾਲ ਨਿਭਾਵਾਂਗੇ ਭਾਜੀ। ਸੋ ਬਿਲਕੁਲ ਜੀ, ਭੁੱਲਰ ਸਾਹਿਬ ਨੇ ਕਿਹਾ ਕਿ ਜਿੱਥੇ ਵੀ ਕਿਸਾਨ ਜਥੇਬੰਦੀਆਂ ਉਹਨਾਂ ਦੀ ਸੇਵਾ ਲਗਾਉਣਗੀਆਂ, ਡਿਊਟੀ ਲਗਾਉਣਗੀਆਂ, ਉਹ ਪੂਰੇ ਤਨ ਮਨ ਧਨ ਦੇ ਨਾਲ ਹੈਲਪ ਕਰਨਗੇ। ਹਾਲਾਂਕਿ ਜੋ ਬੱਸਾਂ ਨੇ ਜਥੇਬੰਦੀਆਂ ਨੂੰ ਜਦੋਂ ਮੀਟਿੰਗ ਦੇ ਲਈ 2 ਬੱਸਾਂ ਦੇ ਵਿੱਚ, ਲਗਜ਼ਰੀ ਬੱਸਾਂ ਦੇ ਵਿੱਚ ਲਿਆ ਜਾਂਦਾ ਹੈ, ਤਾਂ ਉਹ ਸੇਵਾ ਵੀ ਇਹਨਾਂ ਦੇ ਵੱਲੋਂ ਜਿਹੜੀ ਹੈਗੀ ਆ ਮੁਹੱਈਆ ਕਰਵਾਈ ਗਈ ਹੈ ਕਹਿ ਕੇ। ਸੋ ਉਹ ਫੋਟੋ ਜਿਹੜੀ ਵਾਇਰਲ ਹੋਈ ਹੈ ਉਸ ਦੇ ਪ੍ਰਤੀ ਵੀ ਬਲਵੰਤ ਸਿੰਘ ਭੁੱਲਰ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਤੁਸੀਂ ਹੁਣ ਕਮੈਂਟ ਕਰਕੇ ਜਾਂ ਫਿਰ ਇਸ ਨੂੰ ਸ਼ੇਅਰ ਕਰਕੇ ਬਾਕੀਆਂ ਨੂੰ ਵੀ ਦੱਸ ਸਕਦੇ ਹੋ। ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।